ਨਮੋ ਬੁੱਧਾ, ਜੈ ਭੀਮ, ਜੈ ਭਾਰਤ। ਯੂਰਪ ਅਤੇ ਯੂਕੇ ਦੇ ਦਰਸ਼ਕਾਂ ਦਾ ਲੋਟਸ ਟੈਲੀਵਿਜ਼ਨ ਤੇ ਬੁੱਧਿਸਟ ਇੰਟਰਨੈਸ਼ਨਲ ਮੀਡੀਆ ਵੱਲੋਂ ਸਵਾਗਤ ਹੈ। ਕੱਲ੍ਹ ਨੂੰ ਸੈਂਡਵਿਲ ਕੌਂਸਲ ਚੈਂਬਰ ਵਿਖੇ ਜਨਰਲ ਕੌਂਸਲੇਟ ਬਰਮਿੰਘਮ ਵੱਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 125ਵਾਂ ਜਨਮ ਦਿਨ ਭਾਰਤ ਸਰਕਾਰ ਵੱਲੋਂ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਆਫ ਗ੍ਰੇਟ ਬ੍ਰਿਟਨ ਵੀ ਹਿੱਸਾ ਲੈ ਰਹੀ ਹੈ। 3 ਵਜੇ ਤੋਂ ਲੈ ਕੇ 6 ਵਜੇ ਤੱਕ ਇਹ ਪ੍ਰੋਗਰਾਮ ਹੈ, ਕਿਉਂਕਿ ਇੱਥੇ ਆਮ ਜਨਤਾ ਲਈ ਉਹ ਖੁੱਲ੍ਹਾ ਨਹੀਂ ਹੈ। ਜਿਨ੍ਹਾਂ ਦੇ ਪਾਸ ਪਹਿਲਾਂ ਬੁਕਿੰਗ ਕਰਾਈ ਹੋਈ ਹੈ, ਤਕਰੀਬਨ 200 ਮੈਂਬਰ ਉੱਥੇ ਬੈਠਣ ਦੀ ਜਗ੍ਹਾ ਹੈ, ਇਸ ਕਰਕੇ ਸਿਰਫ ਉਹ 200 ਮੈਂਬਰਾਂ ਲਈ ਹੀ ਫੁੱਲ ਹੈ। 17 ਅਪ੍ਰੈਲ ਨੂੰ ਸ਼੍ਰੀ ਗੁਰੂ ਰਵਿਦਾਸ ਕਮਿਊਨਿਟੀ ਸੈਂਟਰ ਬਲੇਕਨ ਹਾਲ, ਡਡਲੀ ਰੋਡ, ਵੁਲਵਰਹੈਂਪਟਨ ਵਿਖੇ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਆਫ ਗ੍ਰੇਟ ਬ੍ਰਿਟਨ ਵੱਲੋਂ ਬਾਬਾ ਸਾਹਿਬ ਜੀ ਦਾ 125ਵਾਂ ਜਨਮ ਦਿਨ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਜਿਸ ਦੇ ਵਿੱਚ ਚੀਫ ਗੈਸਟ ਇੰਡੀਆ ਤੋਂ ਪ੍ਰੋਫੈਸਰ ਵਿਵੇਕ ਕੁਮਾਰ ਜੀ ਜਵਾਹਰ ਲਾਲ ਯੂਨੀਵਰਸਿਟੀ ਦਿੱਲੀ ਤੋਂ ਵਿਸ਼ੇਸ਼ ਤੌਰ 'ਤੇ ਆ ਰਹੇ ਹਨ। ਸੋ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਉਹਨਾਂ ਦੇ ਵਿਚਾਰ ਸੁਣਨ ਵਾਸਤੇ ਉੱਥੇ ਆਪਣੀ ਹਾਜ਼ਰੀ ਜ਼ਰੂਰ ਭਰੋ। ਐਂਟਰਟੇਨਮੈਂਟ ਵਾਸਤੇ ਲੈਂਬਰ ਹੁਸੈਨਪੁਰੀ ਜੋ ਹੈ ਉਹ ਇੰਡੀਆ ਤੋਂ ਆ ਰਹੇ ਹਨ। ਇਸ ਦਿਨ ਖਾਣੇ ਦਾ ਵੀ ਉੱਥੇ ਨਾਈਟ ਇਨ ਵੱਲੋਂ ਪ੍ਰਬੰਧ ਕੀਤਾ ਜਾ ਰਿਹਾ ਹੈ। ਸੋ ਇਹ ਵੀ ਨਾ ਭੁੱਲਣਾ, ਜਿਸ ਤਰ੍ਹਾਂ ਕਿ ਮੈਨੇ ਆਪਣੇ ਲਾਸਟ ਪ੍ਰੋਗਰਾਮ ਦੇ ਵਿੱਚ ਦੱਸਿਆ ਸੀਗਾ ਕਿ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਆਫ ਗ੍ਰੇਟ ਬ੍ਰਿਟਨ ਕਰਨਾਟਕਾ ਦੇ ਵਿੱਚ ਇੱਕ ਸਕੂਲ ਬਣਾ ਕੇ ਦੇ ਰਹੀ ਹੈ, ਜਿਹੜਾ ਕਿ ਨੀਅਰਲੀ ਕੰਪਲੀਟ ਹੋ ਚੁੱਕਿਆ ਹੈ। ਲੇਕਿਨ ਜਿਸ ਤਰ੍ਹਾਂ ਕਿਹਾ ਗਿਆ ਸੀ ਕਿ ਹਾਥੀ ਨਿਕਲ ਗਿਆ, ਪੂਛ ਰਹਿ ਗਈ। ਮੇਰੀ ਉਸ ਅਪੀਲ ਨੂੰ ਸੁਣ ਕੇ 2 ਮੈਂਬਰਾਂ ਨੇ ਹੋਰ ਦਾਨ ਦਿੱਤਾ ਸੀ, ਜਿਹੜੇ ਕਿ ਸਿਮਰਨ ਸਾਂਪਲਾ, ਉਹਨਾਂ ਨੇ 250 ਪਾਉਂਡ ਅਤੇ ਮਦਨ ਸਰੋਏ ਜੀ ਉਹਨਾਂ ਨੇ 200 ਪਾਉਂਡ। ਔਰ ਇਹ ਜੋ ਕੰਮ ਰਹਿੰਦਾ ਸੀ, ਸਾਡੀ ਕਮੇਟੀ ਦੇ ਮੈਂਬਰ ਦੇਵਲਾਲ ਸੁਮਨ ਜੀ ਔਰ ਉਹਨਾਂ ਦੀ ਧਰਮ ਪਤਨੀ ਬਖਸ਼ੋ ਸੁਮਨ ਜੀ, ਉਹਨਾਂ ਨੇ ਸਾਡਾ ਸਾਰਾ ਹੀ ਕੰਮ ਕੰਪਲੀਟ ਕਰ ਦਿੱਤਾ ਹੈ। ਉਹ ਜੋ ਬਾਕੀ ਦਾ 7 ਲੱਖ ਰੁਪਈਆ ਹੋਰ ਉੱਥੇ ਖਰਚ ਹੋਣਾ ਸੀ, ਉਹਨਾਂ ਨੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਦੇ ਉੱਤੇ ਉਹ ਵੀ ਦੇਣ ਦਾ ਵਾਅਦਾ ਕਰ ਦਿੱਤਾ ਹੈ। ਸੋ ਉਹਨਾਂ ਨੇ ਪਹਿਲਾਂ 3,62,500 ਰੁਪਇਆ ਸੀਗਾ, 7 ਲੱਖ ਹੋਰ ਦੇਣ ਦਾ ਵਾਅਦਾ ਕੀਤਾ ਹੈ। ਇਸ ਤਰ੍ਹਾਂ ਉਹਨਾਂ ਨੇ 10,62,500 ਰੁਪਈਆ ਦੇ ਕੇ ਉਸ ਸਕੂਲ ਦਾ ਜਿੰਨਾ ਖਰਚਾ ਹੈ ਉਹ ਸਾਰਾ ਕੰਪਲੀਟ ਹੋ ਜਾਵੇਗਾ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਕਮੇਟੀ ਨੇ ਹੁਣ ਤੱਕ 58 ਲੱਖ ਰੁਪਈਆ ਉੱਥੇ ਖਰਚ ਕਰ ਦਿੱਤਾ ਹੈ, ਔਰ ਇਹ ਸਾਰੇ ਪੈਸੇ ਪਾ ਕੇ ਇਹ 65 ਲੱਖ ਦਾ ਪ੍ਰੋਜੈਕਟ ਜੋ ਹੈ ਉਹ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਆਫ ਗ੍ਰੇਟ ਬ੍ਰਿਟਨ ਨੇ ਤੁਹਾਡੇ ਸਹਿਯੋਗ ਦੇ ਨਾਲ ਉਹ ਪੂਰਾ ਕੀਤਾ ਹੈ। ਇਸੇ ਤਰ੍ਹਾਂ ਹੀ ਇਹ ਪ੍ਰੋਜੈਕਟ ਜਿਹੜਾ ਸਾਡਾ ਕੰਪਲੀਟ ਹੋ ਗਿਆ ਹੈ। ਅੱਜ ਸਾਡਾ 7ਵਾਂ ਪ੍ਰੋਗਰਾਮ ਹੈ। ਅਸੀਂ ਹਾਲੇ ਤੱਕ ਤੁਹਾਡੇ ਕੋਲ ਪਹਿਲਾਂ ਅਪੀਲ ਨਹੀਂ ਸੀ ਕੀਤੀ, ਕਿਉਂਕਿ ਕਮੇਟੀ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਜੋ ਹੈ ਇਹ ਪਹਿਲਾਂ ਜਿੰਨੇ ਵੀ ਇਹਨਾਂ ਨੇ ਪ੍ਰੋਜੈਕਟ ਕੀਤੇ ਹੈ ਉਹਨਾਂ ਪ੍ਰੋਜੈਕਟਾਂ ਨੂੰ ਸ਼ੁਰੂ ਕਰਕੇ ਹੀ ਅਪੀਲ ਉਹਨਾਂ ਨੇ ਕੀਤੀ ਹੈ। ਇਹ ਜੋ ਲੋਟਸ ਟੈਲੀਵਿਜ਼ਨ ਚੱਲਿਆ ਹੈ, ਹੁਣ ਸਾਡੀ ਅਪੀਲ ਇਸ ਵਾਸਤੇ ਹੈ ਸਾਰੇ ਦਰਸ਼ਕਾਂ ਕੋ ਕਿ ਇਸ ਲਈ ਦਾਨ ਤੁਸੀਂ ਹੀ ਦੇਣਾ ਹੈ। ਸੋ ਜੋ ਅੱਜ ਦਾ ਪ੍ਰੋਗਰਾਮ ਹੈ ਇਹ ਮੋਹਨ ਜੱਸਲ ਜੀ ਉਹਨਾਂ ਵੱਲੋਂ ਦਾਨ ਕੀਤਾ ਗਿਆ ਹੈ। ਮੋਹਨ ਜੱਸਲ ਜੀ ਜੋ ਹਨ, ਇਸ ਬਾਰੇ ਮੈਂ ਦੱਸਣਾ ਚਾਹਾਂਗਾ ਕਿ ਜਦੋਂ ਪਾਰਟੀਸ਼ਨ ਹੋਈ ਹੈ, ਇਹਨਾਂ ਦਾ ਜੋ ਪਰਿਵਾਰ ਹੈ ਉਹ ਪਾਕਿਸਤਾਨ ਵਿੱਚ ਹੀ ਰਹਿ ਗਿਆ ਸੀ, ਲੇਕਿਨ ਮੋਹਨ ਜੱਸਲ ਜੀ ਇੱਥੇ ਇੰਗਲੈਂਡ ਆਏ ਔਰ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਆਫ ਗ੍ਰੇਟ ਬ੍ਰਿਟਨ ਦੇ ਮੈਂਬਰ ਬਣੇ ਹੋਏ ਹਨ, ਔਰ ਸਾਰੀ ਉਮਰ
ਇਹਨਾਂ ਨੇ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਆਫ ਗ੍ਰੇਟ ਬ੍ਰਿਟਨ ਦੇ ਨਾਲ ਹੀ ਕੰਮ ਕੀਤਾ ਹੈ। ਔਰ ਅੱਜ ਪਹਿਲਾ ਪ੍ਰੋਗਰਾਮ ਜੋ ਦਾਨ ਕੀਤਾ ਹੈ ਉਹ ਵੀ ਮੋਹਨ ਲਾਲ ਜਸਲ ਜੀ ਨੇ ਕੀਤਾ ਹੈ। ਮੈਂ ਮੋਹਨ ਲਾਲ ਜਸਲ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਅਪੀਲ ਕਰਦਾ ਹਾਂ ਬਾਕੀ ਸਭ ਨੂੰ ਕਿ ਅਗਰ ਇਹਨਾਂ ਪ੍ਰੋਗਰਾਮਾਂ ਨੂੰ ਸਕਸੈਸ ਕਰਨਾ ਹੈ ਤੁਸੀਂ ਸਾਡਾ ਸਾਥ ਦਿਓ। ਇਸ ਲਈ ਅਸੀਂ ਅੱਗੇ ਵਾਸਤੇ ਤੁਹਾਨੂੰ ਅਪੀਲ ਕਰਦੇ ਰਹਾਂਗੇ। ਆਓ ਅੱਜ ਦੇ ਪ੍ਰੋਗਰਾਮ ਵੱਲ ਵੱਧਦੇ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਵਾਸਤੇ ਸਾਡੇ ਨਾਲ ਅੰਜਨਾ ਕੁਮਾਰੀ ਜੀ ਸਟੂਡੀਓ ਵਿੱਚ ਹਾਜ਼ਰ ਹਨ। ਅੰਜਨਾ ਜੀ, ਸਟੂਡੀਓ ਵਿੱਚ ਆਪ ਜੀ ਦਾ ਸਵਾਗਤ ਹੈ। ਨਮੋ ਬੁੱਧਾਏ, ਜੈ ਭੀਮ। ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਥੈਂਕ ਯੂ। ਦੂਸਰੇ ਹਨ ਕਮੇਟੀ ਦੇ ਮੈਂਬਰ ਦੇਵਲਾਲ ਸੁਮਨ ਜੀ। ਸੁਮਨ ਜੀ, ਸਟੂਡੀਓ ਵਿੱਚ ਤੁਹਾਡਾ ਸਵਾਗਤ ਹੈ। ਥੈਂਕ ਯੂ ਝੱਲੀ ਸਾਹਿਬ। ਯੂਕੇ ਤੇ ਯੂਰਪ ਦੇ ਵਿੱਚ ਦੇਖ ਰਹੇ ਸਾਰੇ ਦਰਸ਼ਕ, ਜਿੱਥੇ ਵੀ DM ਗਲੋਬਲ ਜਾ ਰਿਹਾ ਹੈ, ਸਾਰੇ ਦਰਸ਼ਕਾਂ ਨੂੰ ਨਮੋ ਬੁੱਧਾ, ਜੈ ਭੀਮ, ਜੈ ਭਾਰਤ। ਇਸ ਦੇ ਨਾਲ ਹੀ ਸੁਮਨ ਸਾਹਿਬ, ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਕਿ ਕਮੇਟੀ ਦਾ ਜੋ ਪ੍ਰੋਜੈਕਟ ਹੈ ਜਿਹੜਾ ਕਿ ਥੋੜ੍ਹਾ ਜਿਹਾ ਰੁਕਿਆ ਹੋਇਆ ਸੀ, ਅੱਜ ਤੁਸੀਂ 7 ਲੱਖ ਰੁਪਈਆ ਹੋਰ ਦੇ ਕੇ ਉਸ ਨੂੰ ਕੰਪਲੀਟ ਕਰਨ ਦਾ ਜੋ ਕਮੇਟੀ ਦੇ ਸਾਥ ਦਿੱਤਾ ਹੈ, ਉਸ ਲਈ ਕਮੇਟੀ ਵੱਲੋਂ ਮੈਂ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ। ਥੈਂਕ ਯੂ ਝੱਲੀ ਬਾ। ਇਹ ਤਾਂ ਮੇਰੀ ਆਪਣੇ ਇਹ ਜ਼ਿੰਮੇਵਾਰੀ ਹੈ, ਫਰਜ਼ ਹੈ। ਬਾਬਾ ਸਾਹਿਬ ਦੇ ਅਗਰ ਮਿਸ਼ਨ ਨੂੰ ਆਪਾਂ ਅੱਗੇ ਲਿਜਾਣਾ ਹੈ ਤਾਂ ਆਪਾਂ ਸਾਰਿਆਂ ਰਲ ਮਿਲ ਕੇ ਕਰਨਾ ਹੈ। ਬਸ ਮੈਂ ਇਹੀ ਆਸ ਰੱਖਦਾ ਕਿ ਫਰਜ਼ ਨਿਭਾਉਂਦੇ ਰਹੋ ਤਾਂ ਕਮੇਟੀ ਆਪਣੇ ਕੰਮ ਜਿਹੜੇ ਆ ਉਹ ਕਰਦੀ ਰਹੇ। ਬਿਲਕੁਲ। ਸਭ ਤੋਂ ਪਹਿਲਾਂ ਅੰਜਨਾ ਜੀ, ਨਿਰਵਾਣ ਪ੍ਰਾਪਤ ਕਰਨਾ ਹੀ ਧੰਮ ਹੈ। ਨਿਰਵਾਣ ਪ੍ਰਾਪਤੀ ਦੇ ਰਾਹ ਬੁੱਧ ਧੰਮ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਬੁੱਧ ਧੰਮ ਨੂੰ ਸਮਝਣ ਅਤੇ ਜਾਣਨ ਵਾਸਤੇ 4 ਅਟੱਲ ਸੱਚਾਈਆਂ ਨੂੰ ਸਮਝਣਾ ਅਤੇ ਜਾਣਨਾ ਹੋਰ ਵੀ ਜ਼ਰੂਰੀ ਹੈ। ਇਹ 4 ਅਟੱਲ ਸੱਚਾਈਆਂ ਕੀ ਹਨ? ਸਾਡੇ ਦਰਸ਼ਕਾਂ ਨੂੰ ਇਹਨਾਂ 4 ਅਟੱਲ ਸੱਚਾਈਆਂ ਬਾਰੇ ਦੱਸੋਗੇ? ਹਾਂਜੀ, ਜ਼ਰੂਰ। ਜਿਹੜੇ ਅਸੀਂ ਗੱਲ ਕਰਦੇ ਹਾਂ, ਜਦੋਂ 4 ਨੋਬਲ ਟਰੁੱਥ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਜਿਹਨਾਂ ਨੂੰ ਤੁਸੀਂ ਹੁਣੇ ਅਟੱਲ ਸੱਚਾਈਆਂ ਕਿਹਾ ਜੀ, ਇਹਨਾਂ ਨੂੰ ਭਗਵਾਨ ਬੁੱਧ ਨੇ ਆਰਯ ਸੱਤੇ ਕਿਹਾ ਜੀ। ਹੁਣ ਇਹਨੂੰ ਅਸੀਂ ਨੋਬਲ ਟਰੁੱਥ ਵੀ ਕਹਿੰਦੇ ਆ ਜੀ। ਆਪਾਂ ਸਭ ਤੋਂ ਪਹਿਲਾਂ ਸਮਝਾਂਗੇ ਕਿ ਨੋਬਲ ਕਿਆ ਹੁੰਦਾ ਜੀ। ਨੋਬਲ ਦਾ ਅਰਥ ਹੁੰਦਾ ਆ ਰਾਈਟਸ, ਗੁੱਡ, ਵਰਥ ਟੂ ਨੋ। ਇਹ ਜਿਹੜੇ ਸੱਤੇ ਹੈ, ਦੇ ਆਰ ਵਰਥ ਟੂ ਨੋ। ਇਹ ਭਗਵਾਨ ਬੁੱਧ ਦੀ ਸਿੱਖਿਆ ਹੈ ਜੀ। ਉਹ ਤੋਂ ਬਾਅਦ ਅਗਰ ਅਸੀਂ ਇਹਦਾ ਹਿੰਦੀ 'ਚ ਮਤਲਬ ਸਮਝੀਏ, ਉਹਦਾ ਮਤਲਬ ਹੈ ਕਿ ਨੇਕ ਜੀ। ਐਦਾਂ ਦੇ ਸੱਤੇ ਜਿਨ੍ਹਾਂ ਨੂੰ ਤੁਸੀਂ ਜਾਣ ਕੇ ਤੁਸੀਂ ਨੇਕੀ ਦਾ ਰਸਤਾ ਅਪਣਾ ਸਕਦੇ ਆ ਜੀ। ਐਦਾਂ ਦਾ ਰਸਤਾ ਜਿਹੜਾ ਸਹੀ ਹੈ, ਜਿਹੜਾ ਸ਼੍ਰੇਸ਼ਟ ਹੈ ਜੀ। ਇਹ 4 ਨੋਬਲ ਟਰੁੱਥ ਦੀ ਪਹਿਲੀ ਜਿਹੜੀ ਪਰਿਭਾਸ਼ਾ ਆਉਂਦੀ ਹੈ ਜੀ। ਉਹ ਤੋਂ ਬਾਅਦ ਜਿਹੜੇ 4 ਆਰਯ ਸੱਤੇ ਹੈ, ਦੁੱਖ ਆਰਯ ਸੱਤੇ ਹੈ ਜੀ। ਹੁਣ ਤੁਸੀਂ ਕਹੋਗੇ ਕਿ ਦੁੱਖ ਦੇ ਵਿੱਚ ਸ਼੍ਰੇਸ਼ਟ ਕੀ ਹੈ ਜੀ? ਉਹਦੇ ਵਿੱਚ ਅਸੀਂ ਬਾਅਦ ਵਿੱਚੋਂ ਜਾਂਦੇ ਹਾਂ। ਤਾਂ ਪਹਿਲਾ ਜਿਹੜਾ ਆਰਯ ਸੱਤੇ ਹੈ, ਦੁੱਖ ਸੱਤੇ ਹੈ ਜੀ। ਫਿਰ ਉਹਨੂੰ ਅਸੀਂ ਕਹਿ ਦਿੰਦੇ ਹਾਂ ਦੇਰ ਇਜ਼ ਸਫਰਿੰਗ ਜੀ। ਫਿਰ ਉਹ ਤੋਂ ਬਾਅਦ ਆਉਂਦਾ ਦ ਕੋਜ਼ ਆਫ ਸਫਰਿੰਗ, ਦੁੱਖ ਦਾ ਕਾਰਨ ਹੈ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਹਿੰਦੀ ਦੇ ਵਿੱਚ ਸਮੁਦਾਇ ਹੈ ਦੁੱਖ ਦਾ। ਫਿਰ ਤੀਸਰਾ ਆਉਂਦਾ ਹੈ ਦੁੱਖ ਦਾ ਅੰਤ ਹੈ ਜੀ। ਜਿਹੜਾ ਦੁੱਖ ਆ ਉਹਦਾ ਇੱਕ ਕਾਰਨ ਵੀ ਹੈ ਲੇਕਿਨ ਉਹਦਾ ਅੰਤ ਵੀ ਹੈ। ਇਹ ਵੀ ਇੱਕ ਆਰਯ ਸੱਤੇ ਹੈ। ਦੇਰ ਇਜ਼ ਦ ਐਂਡ ਆਫ ਸਫਰਿੰਗ ਜੀ। ਫਿਰ ਉਹ ਤੋਂ ਬਾਅਦ ਜਿਹੜਾ ਚੌਥਾ ਆਉਂਦਾ ਆ ਦੇਰ ਇਜ਼ ਦ ਮਾਰਗ ਜੀ। ਉੱਥੇ ਇੱਕ ਰਾਸਤਾ ਹੈ ਉਸ ਸਫਰਿੰਗ ਤੋਂ ਐਂਡ ਕਰਨੇ ਦਾ। ਉਹ ਚੌਥਾ ਆਰਯ ਸੱਤੇ ਆਉਂਦਾ ਹੈ ਜੀ। ਹੁਣ ਅਸੀਂ ਜਦੋਂ ਪਹਿਲੇ ਆਰਯ ਸੱਤੇ ਦੀ ਤਰਫ ਜਾਂਦੇ ਆ, ਦੇਰ ਇਜ਼ ਸਫਰਿੰਗ ਜੀ। ਹੁਣ ਅਸੀਂ ਸੋਚਦੇ ਹਾਂ ਅਸੀਂ ਆਰਯ ਸੱਤੇ ਨੂੰ ਬਹੁਤ ਅੱਛੀ ਤਰ੍ਹਾਂ ਸਮਝਦੇ ਹਾਂ ਜੀ। ਲੇਕਿਨ ਅਗਰ ਅਸੀਂ ਡੀਪਲੀ ਸੋਚੀਏ ਕਿ ਭਗਵਾਨ ਬੁੱਧ ਨੇ ਇਹਨੂੰ ਕਿਹਾ ਕਿ ਇਹ ਸ਼੍ਰੇਸ਼ਟ ਸੱਤੇ ਹੈ ਦੁੱਖ ਜੀ। ਲੇਕਿਨ ਅਗਰ ਅਸੀਂ ਨੋਰਮਲ ਸੋਚਦੇ ਆਪਾਂ ਇਸ ਤਰੀਕੇ ਨਾਲ ਤਾਂ ਨਹੀਂ ਦੇਖਦੇ ਜੀ। ਅਸੀਂ ਦੇਖਦੇ ਹਾਂ ਕਿ ਹਾਏ ਮੇਰੇ ਪੈਰ ਦੁਖ ਰਿਹਾ, ਹਾਏ ਮੇਰਾ ਸਿਰ ਦੁਖ ਰਿਹਾ ਆ। ਆਪਾਂ ਉਹਨੂੰ ਦੁੱਖ ਦੇ ਰੂਪ 'ਚ ਹੀ ਦੇਖਦੇ ਹਾਂ ਜੀ। ਉਹਨੂੰ ਅਸੀਂ ਸ਼੍ਰੇਸ਼ਟ ਰੂਪ 'ਚ ਨਹੀਂ ਦੇਖਦੇ ਜੀ। ਉਹਦਾ ਵੀ ਇੱਕ ਕਾਰਨ ਹੈ ਕਿਉਂਕਿ ਅਸੀਂ ਆਰਯ ਸੱਤੇ ਨੂੰ ਬਹੁਤ ਅੱਛੀ ਤਰ੍ਹਾਂ ਸਮਝਦੇ ਨਹੀਂ ਹਜੇ ਜੀ। ਜਦੋਂ ਅਸੀਂ ਆਰਯ ਸੱਤੇ ਨੂੰ ਪਹਿਲੇ ਆਰਯ ਸੱਤੇ ਨੂੰ ਸਮਝਦੇ ਹਾਂ, ਦੁੱਖ, ਤਾਂ ਅਸੀਂ ਸਭ ਤੋਂ ਪਹਿਲਾਂ ਦੁੱਖ ਦੇ ਉੱਤੇ ਜਾਂਦੇ ਹਾਂ। ਦੁੱਖ ਭਗਵਾਨ ਬੁੱਧ ਨੇ ਕਿਹਾ ਕਿ 5 ਤਰ੍ਹਾਂ ਦੇ ਦੁੱਖ ਇਸ ਸੰਸਾਰ ਦੇ ਵਿੱਚ ਹੈਗੇ ਆ ਜੀ। ਪਹਿਲਾ ਜਿਹੜਾ ਦੁੱਖ ਹੈ ਉਹ ਕੰਡੀਸ਼ਨ ਹੈ, ਜਿਹੜਾ ਤੁਹਾਡਾ ਆਪਣਾ ਸਰੀਰ ਹੈ, ਕਾਇਆ, ਜਿਹੜਾ ਦੁੱਖ ਆਉਂਦਾ ਹੈ।
ਕਿਉਂਕਿ ਇਹ ਜਦੋਂ ਅਸੀਂ ਬੋਰਨ ਹੋ ਗਏ ਤਦੋਂ ਹੀ ਤੁਸੀਂ ਮ੍ਰਿਤਿੂ ਜਿਹੜੀ ਬਿਮਾਰੀਆਂ ਤਾਂ ਜਨਮ ਜਿਹੜਾ ਤੁਸੀਂ ਨਾਲ ਹੀ ਲੈ ਕੇ ਆਉਂਦੇ ਆ ਉਹਦੇ ਨਾਲ, ਔਰ ਤੁਸੀਂ ਉਹ ਅਟੈਚਡ ਆ ਉਹ ਦੁੱਖ ਉਹਦੇ ਨਾਲ, ਉਹਦੇ ਤੋਂ ਤਾਂ ਜਿੱਦਾਂ ਅਰਹੰਤ ਵੀ ਨਹੀਂ ਉਹਦੇ ਤੋਂ ਜਿੱਦਾਂ ਬਚਦੇ ਨਹੀਂ। ਤਾਂ ਇਹ ਜਿਹੜੇ ਇਹ ਕੰਡੀਸ਼ਨ ਆਂਦਾ ਆ। ਫਿਰ ਦੂਸਰਾ ਸੱਤਿਆ ਆਂਦਾ ਆ ਜਿਹੜਾ ਕਲੇਸ਼ ਸੱਤਿਆ ਹੈ, ਜਿਹੜਾ ਸਾਡੇ ਕਲੇਸ਼ ਜਿਹੜੇ ਹੁੰਦੇ ਇਹ ਮਨ ਦਾ ਸੱਤਿਆ ਹੁੰਦਾ, ਜਦੋਂ ਜਿਹੜੇ ਅਸੀਂ ਮਨ ਤੋਂ ਉਤਪੰਨ ਕਰਦੇ ਆ ਜੀ। ਇੱਕ ਜਿਹੜਾ ਕਾਇਆ ਦੇ ਵਿੱਚ ਜਿਹੜੀ ਆ ਜਾਂਦੀ ਆ, ਉਹਦੇ ਵਿੱਚ ਇੱਕ ਇਹ ਵੀ ਚੀਜ਼ ਆਂਦੀ ਆ, ਕਾਇਆ ਦੇ ਵਿੱਚ ਜਿਹੜਾ ਦੁੱਖ ਦੱਸਿਆ ਉਹਨਾਂ ਨੇ ਇਹ ਵੀ ਦੱਸਿਆ ਕਿ ਜਦੋਂ ਅਸੀਂ ਜਿਹੜੇ 6 ਇੰਦਰੀਆਂ ਤੋਂ ਸਾਡੇ ਦੁੱਖ ਆਉਂਦੇ ਉਹ ਵੀ ਉਹਦੇ ਨਾਲ ਜੁੜੇ ਹੋਏ ਆ। ਜਦੋਂ ਅਸੀਂ ਕੁਝ ਖਾਣਾ ਚਾਹੁੰਦੇ ਆ ਉਹ ਸਾਨੂੰ ਨਹੀਂ ਮਿਲਦਾ, ਜਿਹੜਾ ਕੁਝ ਅਸੀਂ ਸੁਣਨਾ ਚਾਹੁੰਦੇ ਆ ਉਹ ਨਹੀਂ ਸੁਣਨ ਨੂੰ ਮਿਲਦਾ, ਜੇ ਜਿਹੜਾ ਅਸੀਂ ਅਨੁਭਵ ਕਰਨਾ ਚਾਹੁੰਦੇ ਆ ਉਹ ਨਹੀਂ ਮਿਲਦਾ, ਉਹ ਵੀ ਉਹਨਾਂ ਨੇ ਕਿਹਾ ਇੱਕ ਦੁੱਖ ਹੈ ਜੀ। ਉਹ ਕਾਇਆ ਦੇ ਵਿੱਚ ਆਂਦਾ। ਜਿਹੜੇ ਮਨ ਦੇ ਦੁੱਖ ਆਂਦੇ ਉਹ ਆਪਣੇ ਹੈ, ਕਿਉਂਕਿ ਮਨ ਵੀ ਅੰਦਰੋਂ ਹੀ ਅੰਦਰ ਅਸੀਂ ਜਿਹੜੇ ਵਿਚਾਰ ਅਸੀਂ ਘੁੰਮਦੇ ਰਹਿੰਦੇ ਸਾਡੇ ਅੰਦਰ, ਉਹ ਵੀ ਇੱਕ ਦੁੱਖ ਹੈ ਜੀ। ਫਿਰ ਉਸ ਤੋਂ ਬਾਅਦ ਜਿਹੜਾ ਤੀਸਰਾ ਆਂਦਾ ਆ ਉਹ ਸਾਡੇ ਕਰਮਾਂ ਦਾ ਦੁੱਖ ਆਂਦਾ ਹੈ। ਭਗਵਾਨ ਬੁੱਧ ਨੇ ਕਿਹਾ ਕਿ ਜਿਹੜੇ ਤੁਸੀਂ ਕਰਮ ਕਰ ਰਹੇ ਆ ਉਹ ਵੀ ਤੁਹਾਡੇ ਲਈ ਦੁੱਖ ਲੈ ਕੇ ਆਣੇ ਵਾਲੇ, ਅਗਰ ਤੁਸੀਂ ਅੱਛੇ ਕਰਮ ਨਹੀਂ ਕਰ ਰਹੇ ਉਹ ਵੀ ਤੁਹਾਡੇ ਦੁੱਖ ਆਉਂਦੇ ਆ। ਫਿਰ ਜਿਹੜਾ ਚੌਥਾ ਆਰੇ ਸੱਤੇ ਆਂਦਾ ਆ ਉਹ ਜਿਹੜਾ ਚੌਥਾ ਦੁੱਖ ਆ ਉਹ ਇਹ ਆ ਕਿ ਮ੍ਰਿਤਿੂ ਜਿਹੜਾ ਆ, ਕਿਉਂਕਿ ਅਸੀਂ ਮ੍ਰਿਤਿੂ ਤੋਂ ਵੀ ਬਹੁਤ ਭੀਤ ਰਹਿੰਦੇ ਆ, ਕਿਉਂਕਿ ਅਸੀਂ ਡਰਦੇ ਆ ਮ੍ਰਿਤਿੂ ਤੋਂ ਕਿ ਅਸੀਂ ਮਰ ਜਾਣਾ ਇੱਕ ਦਿਨ। ਫਿਰ ਉਹ ਤੋਂ ਬਾਅਦ ਜਿਹੜਾ ਪੰਜਵਾਂ ਦੁੱਖ ਹੈ ਉਹ ਐਕਚੁਅਲੀ ਜਦੋਂ ਅਸੀਂ ਮਾਰਗ ਤੇ ਚੱਲਦੇ ਆ ਉਹ ਤਦੋਂ ਹੀ ਅਨੁਭਵ ਹੁੰਦਾ, ਕਿਉਂਕਿ ਉਹ ਸਾਨੂੰ ਆ ਕੇ ਫਿਰ ਮਾਰਗ ਦੇ ਵਿੱਚ ਭਟਕਾਉਂਦਾ ਆ ਜੀ। ਜਦੋਂ ਅਸੀਂ ਭਗਵਾਨ ਬੁੱਧ ਦੀ ਜਿਹੜੀ ਮੈਡੀਟੇਸ਼ਨ ਸ਼ੁਰੂ ਕਰਦੇ ਆ ਨਾ, ਉਹ ਫਿਰ ਆ ਕੇ ਸਾਨੂੰ ਭਟਕਾਉਂਦਾ ਆ। ਉਹ ਚੌਥਾ ਜਿਹੜਾ ਦੁੱਖ ਉਹਦੇ ਨਾਲ ਜੁੜਿਆ ਹੋਇਆ, ਉਹ ਵੀ ਇੱਕ ਤਰੀਕੇ ਦਾ ਦੁੱਖ ਹੀ ਆ, ਕਿਉਂਕਿ ਉਹ ਜਦੋਂ ਤੁਹਾਨੂੰ ਮਾਰਗ ਤੋਂ ਭਟਕਾ ਦਿੰਦਾ ਫਿਰ ਤੁਸੀਂ ਵਾਪਸ ਉਹਦੇ ਵਿੱਚ ਚਲੇ ਜਾਂਦੇ ਆ ਦੁੱਖਾਂ ਦੇ ਵਿੱਚ ਜੀ। ਤਾਂ ਇਹ 5 ਦੁੱਖ ਉਹਨਾਂ ਨੇ ਦੱਸੇ, ਲੇਕਿਨ ਭਗਵਾਨ ਬੁੱਧ ਜਿਸ ਆਰੇ ਸੱਤੇ ਦੀ ਗੱਲ ਕਰ ਰਹੇ ਇੱਥੇ ਉਹ ਇਹਨਾਂ ਵਿੱਚੋਂ ਕੋਈ ਵੀ ਨਹੀਂ ਹੈਗਾ ਜੀ। ਜਿਹੜਾ ਅਸੀਂ ਸਮਝ ਰਹੇ ਆ ਨਾ ਕਿ ਆਹ ਦੁੱਖ ਭਗਵਾਨ ਬੁੱਧ ਨੇ ਗੱਲ ਕੀਤੀ, ਉਹਨਾਂ ਦੇ ਬਾਰੇ 'ਚ ਨਹੀਂ ਗੱਲ ਕੀਤੀ। ਭਗਵਾਨ ਬੁੱਧ ਦੀ ਜਿਹੜੀ ਸਿੱਖਿਆ ਆ ਉਹ ਮਨ ਦੇ ਉੱਤੇ ਆਧਾਰਿਤ ਹੈ ਜੀ। ਹੁਣ ਜਿਹੜਾ ਆਰੇ ਸੱਤੇ ਭਗਵਾਨ ਬੁੱਧ ਗੱਲ ਕਰ ਰਿਹਾ ਉਹ ਕਰ ਰਿਹਾ ਕਿ ਅਨਸੈਟਿਸਫੈਕਸ਼ਨ ਜੀ, ਜਿਹੜੀ ਮਾਈਂਡ ਦੇ ਅੰਦਰ ਅਨਸੈਟਿਸਫੈਕਸ਼ਨ ਆ ਉਹ ਤੁਹਾਡੇ ਦੁੱਖ ਦਾ ਮੁੱਖ ਕਾਰਨ ਉਹਨਾਂ ਨੇ ਦੱਸਿਆ। ਕਿਉਂਕਿ ਅਗਰ ਅਸੀਂ ਦੇਖੀਏ ਸਰੀਰ ਦੇ ਜਿਹੜੇ ਦੁੱਖ ਆ ਉਹ ਤਾਂ ਉਹਨੂੰ ਅਗਰ ਅਸੀਂ ਜਿੰਨਾ ਮਰਜ਼ੀ ਸਮਝ ਲਈਏ ਅਸੀਂ ਉਹਨਾਂ ਨੂੰ ਉਹਨਾਂ ਤੋਂ ਅਸੀਂ ਛੁਟਕਾਰਾ ਪਾ ਨਹੀਂ ਸਕਦੇ। ਬਿਲਕੁਲ। ਹੁਣ ਅਗਰ ਮੈਂ ਤੁਹਾਨੂੰ ਦੁਖੀ ਹੋ ਕੇ ਦੇਖਾਂ, ਤੁਹਾਡੇ ਅੰਦਰ ਜਿਹੜੇ ਦੁੱਖ ਅਸੀਂ ਜੇ ਕਹੀਏ ਕਿ ਮੇਰਾ ਸਿਰ ਦੁਖ ਰਿਹਾ ਮੇਰਾ, ਉਹ ਅਗਰ ਅਸੀਂ ਆਰੇ ਸੱਤੇ ਦੇ ਰੂਪ 'ਚ ਸਮਝੀਏ ਉਹਨੂੰ ਤਾਂ ਅਸੀਂ ਕਦੀ ਖਤਮ ਨਹੀਂ ਕਰ ਸਕਦੀ, ਮੈਂ ਤਾਂ ਖਤਮ ਨਹੀਂ ਕਰ ਸਕਦੀ ਉਹਨੂੰ ਜੀ। ਇਹਦਾ ਮਤਲਬ ਉਹ ਆਰੇ ਸੱਤੇ ਭਗਵਾਨ ਬੁੱਧ ਜਿਹਨੂੰ ਸ਼੍ਰੇਸ਼ਟ ਸੱਤੇ ਕਹਿ ਰਿਹਾ ਉਹ ਇਹ ਆ ਕਿ ਤੁਹਾਡੇ ਮਨ ਦੇ ਅੰਦਰ ਜਿਹੜਾ ਅਸੰਤੋਸ਼ ਆ ਰਿਹਾ ਆ ਉਹਨੂੰ ਸਮਝੋ ਜੀ। ਜਿਹੜੇ ਅਸੀਂ ਡਿਜ਼ਾਇਰਸ ਦੇ ਪਿੱਛੇ, ਕਿਉਂਕਿ ਉਹਨਾਂ ਨੇ ਕਿਹਾ ਕਿ ਮਨ ਹੈ ਜਿਹੜਾ ਸਰੀਰ ਆ ਉਹ ਮਨ ਦੇ ਨਾਲ ਜੁੜਿਆ ਹੈ ਜੀ, ਲੇਕਿਨ ਜੋ ਕੁਝ ਸਰੀਰ 'ਚ ਹੋ ਰਿਹਾ ਹੈ ਉਹ ਤਾਂ ਸਾਨੂੰ ਪਤਾ ਨਹੀਂ ਚੱਲਦਾ ਜੀ। the body is functioning itself ਜੀ। I can't know what is happening in my brain ਜੀ। ਮੈਨੂੰ ਨਹੀਂ ਪਤਾ ਕਿ ਮੇਰੇ ਅੰਦਰ ਖੂਨ ਕਿਸ ਤਰ੍ਹਾਂ ਦੌੜ ਰਿਹਾ ਆ, how is my heart functioning, how is my stomach functioning, ਇਹ ਸਾਰਾ ਆਪਣੇ ਆਪ ਹੋ ਰਿਹਾ ਹੈ, ਇਹਨਾਂ ਨੂੰ ਤੁਸੀਂ ਅਨੁਭਵ ਨਹੀਂ ਕਰ ਸਕਦੇ ਜੀ। ਲੇਕਿਨ ਜਿਸ ਚੀਜ਼ ਨੂੰ ਤੁਸੀਂ ਅਨੁਭਵ ਕਰ ਸਕਦੇ ਉਹ ਸਿਰਫ ਤੁਹਾਡਾ ਮਾਈਂਡ ਆ ਜੀ। ਜੋ ਕੁਝ ਤੁਹਾਡੇ ਮਾਈਂਡ 'ਚ ਚੱਲ ਰਿਹਾ ਆ ਉਹੀ ਤੁਹਾਨੂੰ ਦੁੱਖ ਦੇ ਰਿਹਾ ਆ ਜੀ। ਸੋ ਦ ਮਾਈਂਡ ਇਜ਼ ਸਫਰਿੰਗ ਬਿਕੋਜ਼ ਆਫ we are unsatisfied with everything ਜੀ। ਇਹ ਭਗਵਾਨ ਬੁੱਧ ਨੇ ਕਿਹਾ ਕਿ ਇਹ ਜਿਹੜਾ ਦੁੱਖ ਆ ਇਹ ਇਸ ਲਈ ਆ ਕਿਉਂਕਿ we don't like ਜੀ। ਜੋ ਚੀਜ਼ ਹੈਗੀ ਆ ਅਸੀਂ ਉਹਨੂੰ ਉਸ ਤਰੀਕੇ ਨਾਲ ਨਹੀਂ ਚਾਹੁੰਦੇ, ਆਪਾਂ ਉਹਨੂੰ ਬਦਲ ਦੇਣਾ ਚਾਹੁੰਦੇ ਆ। ਠੀਕ ਹੈ। ਉਹਦੇ ਕਰਕੇ ਸਾਡੇ ਅੰਦਰ ਅਸੰਤੋਸ਼ ਹੈ। ਇਹ ਜਿਹੜਾ ਪਹਿਲਾ ਆਰੇ ਸੱਤੇ ਦਾ ਇਹ ਰਾਈਟ ਮੀਨਿੰਗ ਜਿਹੜਾ ਆਂਦਾ ਹੈ ਇਹ ਸਾਨੂੰ ਸਮਝਣਾ ਬਹੁਤ ਜ਼ਰੂਰੀ ਹੈ, ਕਿਉਂਕਿ ਅਗਰ ਅਸੀਂ ਭਗਵਾਨ ਬੁੱਧ ਦੇ ਮਾਰਗ ਤੇ ਚੱਲਣਾ ਚਾਹੁੰਦੇ ਆ ਤਾਂ ਅਗਰ ਅਸੀਂ ਰੋਂਗ ਅੰਡਰਸਟੈਂਡਿੰਗ ਰੱਖਦੇ ਆ ਤਾਂ ਉਹ ਇਹ ਸਮਝ ਨਹੀਂ ਸਕਦੇ। ਇਹ ਜਦੋਂ ਅਸੀਂ ਮੈਡੀਟੇਸ਼ਨ ਕਰਦੇ ਆ ਨਾ ਜੀ, ਇਹ ਜਿਹੜਾ ਸੱਤੇ ਹੈ ਇਹ ਸਮਝਣਾ ਬਹੁਤ ਜ਼ਰੂਰੀ ਹੈ। ਭਗਵਾਨ ਬੁੱਧ ਦਾ ਇਹ ਮਾਰਗ ਜਿਹੜਾ ਹੈ 4 ਆਰੇ ਸੱਤੇ ਇਹ ਮੁਕਤੀ ਤੱਕ ਜਾਂਦਾ ਹੈ ਜੀ। ਇਹ ਸਿਰਫ ਸਾਨੂੰ ਇਹ ਇੰਟੈਲੈਕਚੁਅਲ ਉਹ ਨਹੀਂ ਹੈਗੀ ਕਿ ਅਸੀਂ ਸਮਝ ਲਈਏ ਇਹਨੂੰ, ਇਹ ਵੀ ਹੈਵ ਟੂ ਅੰਡਰਸਟੈਂਡ ਵੈਨ ਵੀ ਡੂ ਮੈਡੀਟੇਸ਼ਨ। ਜਦੋਂ ਅਸੀਂ ਦੁੱਖ ਨੂੰ ਬਹੁਤ ਗਹਿਰਾਈਆਂ ਨਾਲ ਸਮਝਦੇ ਆ ਤਦੋਂ ਸਾਨੂੰ ਅੰਡਰਸਟੈਂਡਿੰਗ ਹੁੰਦੀ ਹੈ ਕਿ ਦਿਸ ਇਜ਼ ਦ ਦੁੱਖ ਆ ਸਹੀ ਦੁੱਖ ਜਿਹਨੂੰ ਕਿਹਾ ਉਹਨਾਂ ਨੇ ਆਰੇ ਸੱਤੇ ਆ ਉਹ ਮੇਰਾ ਅਸੰਤੋਸ਼ ਹੈ ਜੀ। ਇਹ ਮਨ ਦੇ ਅੰਦਰ ਪੂਰੀ ਤਰ੍ਹਾਂ ਜਦੋਂ ਅਸੀਂ ਸਮਝ ਲੈਂਦੇ ਆ, ਇਹ ਜਦੋਂ ਮਾਈਂਡ ਹੈਜ਼ ਅੰਡਰਸਟੂਡ ਜੀ ਇਹ ਦੁੱਖ ਆ ਜੀ, ਤਾਂ ਉਹ ਜਿਹੜੀ ਚੀਜ਼ ਆਉਂਦੀ ਆ ਉਹਨੂੰ ਅਸੀਂ ਸਮਝ ਕੇ ਉਹ ਅਸੀਂ ਇੱਕ ਸਟੇਜ ਪਾਰ ਕਰਦੇ ਆ ਆਪਣੀ ਮੈਡੀਟੇਸ਼ਨ ਦੇ ਵਿੱਚ ਜੀ।
ਹੁਣ ਅਗਰ ਅਸੀਂ ਇੰਟੈਲੈਕਚੁਅਲੀ ਸਮਝਣਾ ਚਾਹੀਏ ਜੀ ਤਾਂ ਉਹਨੂੰ ਅਸੀਂ ਉਹਨੂੰ ਸਿਰਫ ਬ੍ਰੇਨ ਸਮਝਦਾ ਹੈ। ਜੀ ਲੇਕਿਨ ਜਦੋਂ ਅਸੀਂ ਮੈਡੀਟੇਸ਼ਨ ਕਰਦੇ ਹਾਂ ਤਦੋਂ ਹੀ ਅਸੀਂ ਇਸ ਪਹਿਲੇ ਆਰੇ ਸੱਤੇ ਨੂੰ ਅੱਛੀ ਤਰ੍ਹਾਂ ਸਮਝ ਸਕਦੇ ਹਾਂ। ਤੁਹਾਡੇ ਕਹਿਣ ਦਾ ਮਤਲਬ ਵੀ ਪ੍ਰੈਕਟੀਕਲੀ ਜਦੋਂ ਤੁਸੀਂ ਕਰਦੇ ਹੋ। ਹਾਂ, ਜੀ। ਪ੍ਰੈਕਟੀਕਲੀ ਜਦੋਂ ਅਸੀਂ ਕਰਦੇ ਹਾਂ ਤਦੋਂ ਸਾਨੂੰ ਸਮਝ ਆਉਂਦਾ ਕਿ ਆਹ ਆਰੇ ਸੱਤੇ ਭਗਵਾਨ ਬੁੱਧ ਗੱਲ ਕਰ ਰਿਹਾ, ਜਿਸ ਜੀ। ਆਰੇ ਸੱਤੇ ਦੀ ਗੱਲ ਕਰ ਰਿਹਾ। ਜੀ ਤਾਂ ਪਹਿਲਾ ਆਰੇ ਸੱਤੇ ਦੇ ਵਿੱਚ 3 ਐਸਪੈਕਟਸ ਆਉਂਦੇ ਆ ਕਿ ਪਹਿਲਾ ਐਸਪੈਕਟਸ ਹੈ, ਪਹਿਲਾਂ ਤਾਂ ਇਹ ਸਮਝੋ ਕਿ ਕਾਰਨ ਦੁੱਖ ਹੈ। ਜੀ ਦੁੱਖ ਕਿਆ ਹੈ? ਉਹ ਮੇਰਾ ਅਨਸੈਟਿਸਫੈਕਸ਼ਨ ਹੈ। ਜੀ ਜਦੋਂ ਮਾਈਂਡ ਇਹ ਅੰਡਰਸਟੈਂਡ ਕਰਦਾ ਆ ਤਦੋਂ ਇੱਕ ਹੋਰ ਫੀਲਿੰਗ ਮਨ ਦੇ ਵਿੱਚ ਆਉਂਦੀ ਹੈ, ਦਿਸ ਹੈਜ਼ ਟੂ ਬੀ ਅੰਡਰਸਟੂਡ, ਜੀ ਆਈ ਸ਼ੁੱਡ ਅੰਡਰਸਟੂਡ ਦਿਸ ਟਰੁਥ। ਜੀ ਤਦੋਂ ਜਦੋਂ ਤੁਸੀਂ ਉਹ ਪ੍ਰੋਸੈਸ ਸ਼ੁਰੂ ਕਰਦੇ ਆ ਮੈਡੀਟੇਸ਼ਨ ਦੇ ਵਿੱਚ, ਉਹ ਤੁਹਾਡਾ ਦੂਸਰਾ ਚਰਨ ਆ ਜਾਂਦਾ ਹੈ। ਜੀ ਫਿਰ ਉਹ ਤੋਂ ਬਾਅਦ ਜਦੋਂ ਤੁਸੀਂ ਯੂ ਹੈਵ ਅੰਡਰਸਟੂਡ ਦਿਸ, ਦੈਨ ਯੂ ਹੈਵ ਕੰਪਲੀਟਲੀ ਅੰਡਰਸਟੂਡ। ਫਿਰ ਭਗਵਾਨ ਬੁੱਧ ਨੇ ਕਿਹਾ ਤੀਸਰਾ ਐਸਪੈਕਟ ਹੈ that suffering has been understood। ਜੀ ਪਹਿਲਾਂ ਤਾਂ I should understood, Yeah. ਫਿਰ ਉਹ ਤੋਂ ਬਾਅਦ you have understood the suffering। ਜੀ ਇਹ ਪਹਿਲਾ ਜਿਹੜੇ ਦੁੱਖ ਦੇ ਪਹਿਲਾ ਕਾਰਨ ਆਂਦਾ ਹੈ। ਹੁਣ ਉਹ ਜਿਹੜਾ ਦੂਸਰਾ ਆਰੇ ਸੱਤੇ ਹੈ, there is a cause of suffering। ਜੀ ਹੁਣ ਇੱਥੇ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦੀ ਹਾਂ, ਇੱਥੇ ਆਪਾਂ ਜਿਹੜਾ ਸਮਾਜ ਸਾਨੂੰ ਸਮਝਦਾ, ਅੱਜ ਜਿਹੜਾ ਸਾਡਾ ਸਮਾਜ ਸਮਝਦਾ ਕਿ ਦੁੱਖ ਦਾ ਕਾਰਨ ਇੱਕ ਅਦ੍ਰਿਸ਼ ਸ਼ਕਤੀ ਹੈ, ਜੀ ਉਹ ਬਦਲਾਂ ਦੇ ਪਿੱਛੇ ਕਿਤੇ ਬੈਠੀ ਹੈ, ਉਹਦੇ ਕਰਕੇ ਅਸੀਂ ਦੁਖੀ ਹਾਂ। ਜੀ ਇਹ ਸਮਾਜ ਦੀ ਅੱਜ ਸਥਿਤੀ ਹੈ। ਅਸੀਂ ਇਹ ਸੋਚ ਹੈ। ਸੋਚਦੇ ਹਾਂ ਕਿ ਉਹਦੇ ਕਰਕੇ ਅਸੀਂ, ਕਿਉਂਕਿ ਅਸੀਂ ਉਹਨੂੰ ਭੁੱਲ ਬੈਠੇ ਹਾਂ, ਜੀ ਉਹਨੇ ਸਾਨੂੰ ਦੁਖੀ ਕਰ ਦਿੱਤਾ। ਜੀ ਇਹ ਸਾਡੇ ਸਮਾਜ ਦੀ ਅੱਜ ਦੀ ਜਿਹੜੀ ਸੋਚ ਸੋਚਣੀ ਹੈ। ਹੈ, ਸੋਚ that is ਹੈ, the human nature of ਹਾਂ, the ਹਿਊਮਨ ਨੇਚਰ ਹੈ। ਹੁਣ ਅਗਰ ਅਸੀਂ ਇਹਨੂੰ ਥੋੜਾ ਜਿਹਾ ਡੀਪਲੀ ਦੱਸਣਾ ਚਾਹੂੰਗੀ, ਕਿਉਂਕਿ ਇਹ ਬਹੁਤ ਬੜੀ ਗਲਤਫਹਿਮੀ ਹੈ ਸਾਡੇ ਸਮਾਜ ਦੇ ਵਿੱਚ। ਅਗਰ ਇੱਕ ਮਾਂ ਨੂੰ ਵੀ ਬੱਚਾ ਭੁੱਲ ਗਲਤਫਹਿਮੀ ਜਾਂਦਾ, ਤਾਂ ਦੂਰ ਕਰਨੀ ਆ, ਸਮਝਾ ਨਾ ਚੰਗੀ ਤਰ੍ਹਾਂ। ਮਾਂ ਜਦੋਂ ਇੱਕ ਬੱਚੇ ਨੂੰ ਵੀ 2 ਮਿੰਟ, ਜਿੱਦਾਂ ਅਗਰ ਬੱਚਾ ਵੀ ਅਗਰ ਮਾਂ ਤੋਂ ਦੁਖੀ, ਜਿੱਦਾਂ ਮਾਂ ਨੂੰ ਦੁਖੀ ਕਰਕੇ ਚਲਾ ਜਾਂਦਾ ਆ, ਜੀ। ਉਹ ਮਾਂ ਵੀ ਨਹੀਂ ਆਪਣੇ ਬੱਚੇ ਦਾ ਦੁੱਖ ਸੋਚ ਸਕਦੀ। ਜੀ ਔਰ ਜਿਸ ਅਦ੍ਰਿਸ਼ ਸ਼ਕਤੀ ਨੂੰ ਤੁਸੀਂ ਸਮਝਦੇ ਆ ਕਿ ਉਹ ਸਾਨੂੰ ਦੁਖੀ ਕਰ ਰਹੀ ਆ, ਤਾਂ ਉਹ ਤਾਂ ਫਿਰ ਮੇਰੇ ਖਿਆਲ ਨਾਲ ਹਿਟਲਰ ਤੋਂ ਵੀ ਬੁਰੀ ਆ। ਜੀ ਕਿਉਂਕਿ ਹਿਟਲਰ ਤੋਂ ਤਾਂ ਫਿਰ ਵੀ ਕਈ ਦੁਨੀਆ ਬਚ ਗਈ ਜੀ ਹੈ ਨਾ। ਅਗਰ ਉਹ ਸਾਨੂੰ ਇੰਨਾ ਦੁਖੀ ਕਰ ਰਿਹਾ ਆ, ਹਿਟਲਰ ਤਾਂ ਫਿਰ ਉਹਦੇ ਨਾਲੋਂ ਹਿਟਲਰ ਵੀ ਬਹੁਤ ਅੱਛਾ ਸੀਗਾ, ਜਿਹਦੇ ਤੋਂ ਕਾਫੀ ਦੁਨੀਆ ਬਚ ਗਈ, ਕਿਉਂਕਿ ਉਹਦੀ ਨਜ਼ਰ 'ਚ ਉਹ ਨਹੀਂ ਆਏ। ਜੀ ਤਾਂ ਇਹਦੇ ਮਤਲਬ ਇਹ ਸੋਚ ਬਿਲਕੁਲ ਗਲਤ ਹੈ ਕਿ ਕੋਈ ਉੱਪਰ ਬੈਠਾ ਅਦ੍ਰਿਸ਼ ਸ਼ਕਤੀ ਜਿਹੜੀ ਹੈ ਉਹ ਸਾਨੂੰ ਦੁਖੀ ਕਰ ਰਹੀ ਹੈ। ਜੀ। ਤਾਂ ਭਗਵਾਨ ਬੁੱਧ ਨੇ ਇਹਨੂੰ ਬਿਲਕੁਲ ਨਕਾਰਿਆ ਆ। ਜੀ ਭਗਵਾਨ ਬੁੱਧ ਨੇ ਕੀਤਾ ਤੁਹਾਡੇ ਦੁੱਖ, ਉਹਨਾਂ ਨੇ ਕਿਹਾ ਕਿ ਤੁਹਾਡੇ ਦੁੱਖ ਦਾ ਕਾਰਨ ਜਿਹੜਾ ਆ ਉਹ ਤੁਹਾਡੇ ਅੰਦਰ ਹੈ। ਜੀ ਉਹ ਕੋਈ ਅਦ੍ਰਿਸ਼ ਸ਼ਕਤੀ ਤੁਹਾਨੂੰ ਦੁਖੀ ਨਹੀਂ ਕਰ ਰਹੀ। ਇਹ ਉਹਨਾਂ ਨੇ ਖੁਦ ਆਰਿਆ ਅਸ਼ਟਾਂਗਿਕ ਮਾਰਗ 'ਚ ਚੱਲ ਕੇ ਉਹਨਾਂ ਨੇ ਖੁਦ ਇਸ ਆਰੇ ਦਾ ਸੱਤੇ ਦਾ ਇਹਨਾਂ ਨੇ ਖੋਜ ਕੀਤੀ ਆ। ਤਾਂ ਇਹ ਵੀ ਆਰ ਟੋਕਿੰਗ ਅਬਾਊਟ ਦ ਵਨ ਹੂ ਨੋਜ਼। ਜੀ ਤਾਂ ਉਹਨਾਂ ਦੇ ਜਿਹੜੇ ਸ਼ਬਦ ਹੈ ਇਹ ਬਿਲਕੁਲ ਸੱਤਿ ਹੈ ਕਿ ਜਿਹੜਾ ਕਾਰਨ ਹੈ ਉਹ ਸਾਡੇ ਅੰਦਰ ਹੈ। ਜੀ ਕਿਉਂਕਿ ਸਾਡਾ ਹਿਊਮਨ ਨੇਚਰ ਇੱਦਾਂ ਆ ਕਿ ਅਸੀਂ ਆਪਣੀ ਸਫਰਿੰਗ ਨੂੰ ਬਲੇਮ ਕਰਨਾ ਚਾਹੁੰਦੇ ਕਿਸੇ ਤੇ। ਜੀ ਜੇ ਤੁਸੀਂ ਮੈਨੂੰ ਕੁਝ ਕਿਹਾ, ਮੈਂ ਤੁਹਾਨੂੰ ਬਲੇਮ ਕਰਨਾ ਚਾਹੁੰਦੀ ਕਿ ਮੈਂ ਹੁਣ ਦੁਖੀ ਹਾਂ ਕਿਉਂਕਿ ਤੁਹਾਡੇ ਕਰਕੇ ਦੁਖੀ ਹਾਂ, ਜੀ। ਤੁਸੀਂ ਇੱਦਾਂ ਕੀਤਾ। ਮੈਂ ਦੁਖੀ ਹਾਂ ਕਿਉਂਕਿ ਮੇਰੇ ਸਰੀਰ ਦੇ ਅੰਦਰ ਦੁੱਖ ਹੈ। ਜੀ ਆਪਾਂ ਦਿਸ ਇਜ਼ ਦਾ ਹਿਊਮਨ ਨੇਚਰ ਆਫ ਬਲੇਮਿੰਗ। ਇਸ ਲਈ ਹੁਣ ਅਸੀਂ ਉਸ ਅਦ੍ਰਿਸ਼ ਸ਼ਕਤੀ ਨੂੰ ਵੀ ਆਪਣੇ ਦੁੱਖ ਦਾ ਬਲੇਮ ਕਰਨਾ ਚਾਹੁੰਦੇ ਹਾਂ। ਜੀ ਉਹਨੂੰ ਵਿਚਾਰੇ ਨੂੰ ਪਤਾ ਵੀ ਹੈ ਜਾਂ ਨਹੀਂ, ਹੈ ਨਾ। ਠੀਕ ਹੈ। ਤਾਂ ਇਹਦੀ ਤਰਫ ਨਹੀਂ ਜਾਂਦੇ। ਅਸੀਂ ਗੱਲ ਕਰਦੇ ਹਾਂ ਜਿਹੜੀ ਭਗਵਾਨ ਬੁੱਧ ਨੇ, ਜਿਹੜੀ ਦ ਵਾਈਸ ਮੈਨ ਹੂ ਸੱਤ ਟੈਲਸ ਦੱਸਿਆ। ਅਸ। ਭਗਵਾਨ ਬੁੱਧ ਨੇ ਕਿਹਾ ਕਿ ਜਿਹੜਾ ਸਾਡੇ ਦੁੱਖ ਦਾ ਕਾਰਨ ਹੈ ਉਹ ਹੈ ਸਾਡੀ ਅਟੈਚਮੈਂਟ। ਜੀ ਅਟੈਚਮੈਂਟ ਟੂ ਡਿਜ਼ਾਇਰ। ਜੀ ਜਿਹੜਾ ਸਾਡਾ ਮੋਹ ਹੈ, ਉਹਦੇ ਪ੍ਰਤੀ ਜਿਹੜੀ ਸਾਡੀ ਚਾਹ ਹੈ, ਜੀ ਉਹ ਸਾਡੇ ਦੁੱਖ ਦਾ ਮੁੱਖ ਕਾਰਨ ਹੈ। ਜੀ ਉਹਨੂੰ ਅਸੀਂ ਹੁਣ ਭਗਵਾਨ ਬੁੱਧ ਨੇ ਜਿਹੜੀ ਡਿਜ਼ਾਇਰ ਦੀ ਗੱਲ ਕਰਦੇ ਹਾਂ ਅਸੀਂ, ਉਹ ਵੀ 3 ਤਰ੍ਹਾਂ ਦੀ ਭਗਵਾਨ ਬੁੱਧ ਨੇ ਦੱਸਿਆ। ਜੀ ਡਿਜ਼ਾਇਰ, ਜਿਹਨੂੰ ਅਸੀਂ ਕਹਿ ਦਿੰਦੇ ਆ ਚਾਹ, ਮੋਹ। ਜਿਹੜੇ ਜੀ। ਮੋਹ ਹੁੰਦੇ ਆ ਉਹ 3 ਪ੍ਰਕਾਰ ਦੇ ਹੁੰਦੇ ਆ। ਜੀ। ਪਹਿਲੀ ਆਉਂਦੀ ਆ ਕਾਮਾ ਤਨਹਾ। ਜੀ ਕਾਮਾ ਤਨਹਾ ਦੇ ਵਿੱਚ ਜਿਹੜੀ ਸਾਡੀ ਸੈਂਸਰੀ ਆਉਂਦੀ ਆ, ਜਿਹੜੀ ਅਸੀਂ ਸੈਂਸਿਸ ਦੇ ਨਾਲ ਥਰੂ ਕਰਦੇ ਆ। ਆਈ ਵਾਂਟ ਟੂ, ਜਿੱਦਾਂ ਆ ਨਹੀਂ ਮੈਨੂੰ ਅੱਛਾ ਲੱਗ ਰਿਹਾ ਸੁੰਘਣਾ, ਆ ਬਹੁਤ ਅੱਛੀ ਸਮੈਲ ਆ, ਜੀ ਆ ਨਹੀਂ ਸ਼ਬਦ ਅੱਛੇ ਲੱਗ ਰਹੇ, ਆ ਵਾਲੇ ਅੱਛੇ ਸ਼ਬਦ ਆ ਨਹੀਂ ਅੱਛਾ ਲੱਗ ਰਿਹਾ ਦੇਖਣੇ ਨੂੰ, ਆ ਅੱਛਾ ਲੱਗ ਰਿਹਾ। ਆ ਜਿਹੜਾ ਆ ਇਹ ਕਾਇਆ ਤਨਹਾ ਦੇ ਵਿੱਚ ਆਉਂਦਾ ਆ, ਜਿਹੜੇ ਸਾਨੂੰ ਦੁੱਖ ਪੈਦਾ ਕਰਦੇ ਆ ਸਾਡੇ ਸਰੀਰ ਦੇ ਅੰਦਰ। ਠੀਕ। ਕਿਉਂਕਿ ਜਦੋਂ ਵੀ ਅਸੀਂ ਕੁਝ ਨਹੀਂ ਦੇਖਦੇ, ਤਾਂ ਜਦੋਂ ਅਸੀਂ ਕੁਝ ਐਦਾਂ ਦਾ ਨਹੀਂ ਦੇਖ ਰਹੇ ਜਿਹੜਾ ਸਾਨੂੰ ਨਹੀਂ ਅੱਛਾ ਲੱਗ ਰਿਹਾ, ਜੀ ਤਾਂ ਉਹ ਸਾਡੇ ਲਈ ਦੁੱਖ ਪੈਦਾ ਕਰਦਾ ਹੈ। ਇਹ ਕਾਇਆ ਤਨਹਾ ਦੇ ਵਿੱਚ, ਕਾਮਾ ਤਨਹਾ ਦੇ ਵਿੱਚ ਆਉਂਦਾ। ਜੀ ਫਿਰ ਉਹ ਤੋਂ ਬਾਅਦ ਜਿਹੜਾ ਆਉਂਦਾ ਆ ਉਹ ਹੈ ਭਵਾ ਤਨਹਾ। ਜੀ ਭਵਾ ਤਨਹਾ ਦੇ ਮਤਲਬ ਬਿਕਮਿੰਗ। ਜੀ ਜੋ ਅਸੀਂ ਬਿਕਮਿੰਗ, ਜੋ ਬਾਰ-ਬਾਰ ਅਸੀਂ ਬਣਾਈ ਜਾ ਰਹੇ ਹਾਂ ਆਪਣੇ ਅੰਦਰ, ਜੀ
ਇਹ ਮੈਂ ਇੱਥੇ ਭਗਵਾਨ ਬੁੱਧ ਦੀ ਇੱਕ ਗੱਲ ਆ ਜਿਹੜੀ ਉਹਨਾਂ ਨੇ ਕਹੀ ਸੀ ਕਿ ਯੂ ਆਰ ਵਟ ਯੂ ਥਿੰਕ। ਜੀ ਜਿੱਦਾਂ ਇਹਦਾ ਵੀ ਅਸੀਂ ਮਤਲਬ ਜੇ ਅਸੀਂ ਉੱਪਰ ਇੰਟੈਲੈਕਚੁਅਲ ਮੀਨਿੰਗ ਤੋਂ ਸਮਝਣਾ ਚਾਹੁੰਦੇ ਹਾਂ ਨਾ, ਤਾਂ ਅਸੀਂ ਇੱਦਾਂ ਸੋਚਦੇ ਹਾਂ ਕਿ ਮੈਂ ਇੱਕ ਸੋਚ ਕ੍ਰੀਏਟ ਕੀਤੀ ਹੈ ਕਿ ਮੈਂ ਟੀਚਰ ਬਣਨਾ ਆ ਜੀ ਤਾਂ ਮੈਂ ਇੱਕ ਦਿਨ ਟੀਚਰ ਬਣ ਜਾਊਂਗੀ। ਭਗਵਾਨ ਬੁੱਧ ਇਹ ਕਹਿਣਾ ਤੇ ਕੋਸ਼ਿਸ਼ ਕਰ ਰਿਹਾ ਕਿ ਯੂ ਆਰ ਵਟ ਯੂ ਥਿੰਕ। ਜੀ। ਲੇਕਿਨ ਇਹਦਾ ਇਹ ਗਹਿਰਾਈ ਦੇ ਵਿੱਚ ਜਦੋਂ ਅਸੀਂ ਮੈਡੀਟੇਸ਼ਨ ਕਰਦੇ ਹਾਂ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ। ਜੀ ਇਹਦਾ ਮਤਲਬ ਇਹ ਆ ਕਿ ਭਵਾ ਤਨਹਾ ਮਤਲਬ ਕਿ ਜੋ ਤੁਸੀਂ ਸੋਚ ਰਿਹਾ ਨਾ ਉਹੀ ਤੁਸੀਂ ਬਿਕਮਿੰਗ। ਜੀ ਬਿਕੋਜ਼ ਮਾਈਂਡ ਇਜ਼ ਦ ਮੋਮੈਂਟਮ ਬੇਸਿਸ। ਉਹ ਮੂਵਮੈਂਟ ਦੇ ਵਿੱਚ ਜੋ ਹੈ, ਕਿਉਂਕਿ ਤੁਸੀਂ ਜੋ ਹੈ ਉਹ ਤੁਸੀਂ ਮਨ ਹੈ। ਭਗਵਾਨ ਬੁੱਧ ਇਹ ਕਹਿ ਰਿਹਾ ਕਿ ਯੂ ਆਰ ਵਟ ਯੂ ਥਿੰਕ, ਜੀ। ਯੂ ਆਰ ਯੂਰ ਮਾਈਂਡ। ਜੀ ਉਸ ਮੂਵਮੈਂਟ 'ਚ ਜੋ ਤੁਸੀਂ ਸੋਚਿਆ ਤੁਸੀਂ ਉਹ ਆ। ਜੀ। ਅਗਰ ਮੇਰੇ ਅੰਦਰ ਕ੍ਰੋਧ ਆਇਆ ਤਾਂ ਉਸ ਵਕਤ ਮੈਂ ਅੰਜਨਾ ਨਹੀਂ ਆ, ਉਸ ਵਕਤ ਮੈਂ ਕ੍ਰੋਧ ਆ। ਜੀ ਇਹਦਾ ਮਤਲਬ ਇਹ ਆ। ਹੁਣ ਅਗਰ ਮੇਰੇ ਅੰਦਰ ਲਸਟ ਜਾਗਦੀ ਹੈ ਜਾਂ ਮੇਰੇ ਅੰਦਰ ਗਰੀਡ ਜਾਗਦੀ ਹੈ ਤਾਂ ਉਸ ਵਕਤ ਮੈਂ ਗਰੀਡ, ਆਈ ਬਿਕਮ ਗਰੀਡ। ਇਹਨੂੰ ਭਗਵਾਨ ਬੁੱਧ ਨੇ ਕਿਹਾ ਇਹ ਭਵਾ ਤਨਹਾ ਆ, ਜੋ ਬਾਰ-ਬਾਰ ਭਵਿਤ ਹੁੰਦਾ ਆ। ਜੀ ਫਿਰ ਉਹ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਭਵਵਾ। ਜੀ ਜਿਹੜਾ ਵੀ ਭਵਵਾ ਆ ਉਹਦਾ ਮਤਲਬ ਹੈ ਜਦੋਂ ਅਸੀਂ ਜਦੋਂ ਅਸੀਂ ਪ੍ਰੋਸੈਸ ਕਰਦੇ ਹਾਂ ਮੈਡੀਟੇਸ਼ਨ ਦਾ, ਤਦੋਂ ਅਸੀਂ ਇਸ ਸਟੇਜ ਤੱਕ ਪਹੁੰਚਦੇ ਹਾਂ ਜਦੋਂ ਸਾਨੂੰ ਇਹ ਅੰਡਰਸਟੂਡ ਹੋ ਜਾਂਦਾ ਆ ਕਿ ਅਸੀਂ ਜਿਹੜਾ ਭਵਾ ਤਨਹਾ ਆ ਇਹਦੇ ਕਰਕੇ ਮੈਂ ਦੁਖੀ ਹਾਂ। ਜੀ ਫਿਰ ਉਹ ਤੋਂ ਬਾਅਦ ਤੁਸੀਂ ਇੱਕ ਸਟੇਜ ਆਉਂਦੀ ਜਦੋਂ ਤੁਸੀਂ ਚਾਹੁੰਦੇ ਕਿ ਮੈਂ ਹੁਣ ਇਹ ਡਿਜ਼ਾਇਰ ਹੀ ਨਹੀਂ ਰੱਖਾਂ। ਜੀ ਹੁਣ ਅਗਰ ਅਸੀਂ ਉਸ ਡਿਜ਼ਾਇਰ ਨੂੰ ਨਹੀਂ ਰੱਖਣਾ ਚਾਹੁੰਦੇ, ਉਹ ਵੀ ਆਪਣੇ ਆਪ 'ਚ ਇੱਕ ਦੁੱਖ ਹੈ। ਉਹਨੂੰ ਭਗਵਾਨ ਨੇ ਕਿਹਾ ਇਹ ਵੀ ਭਵਵਾ ਹੈ। ਜੀ ਇਹ ਵੀ ਠੀਕ ਨਹੀਂ ਆ, ਕਿਉਂਕਿ ਇਹ ਤੁਹਾਡੇ ਅੰਦਰ ਅਵਰਜਨ ਪੈਦਾ ਕਰਦੀ ਆ। ਜੀ ਹੁਣ ਮੋਹ ਦੇ ਨਾਲ ਅਵਰਜਨ ਜਿਹੜਾ ਆ ਉਹ ਜਿੱਦਾਂ ਅਸੀਂ ਕਹਿੰਦੇ ਆ ਡਿਜ਼ਾਇਰ ਔਰ ਅਵਰਜਨ ਨਾਲ ਜੁੜੇ ਹੋਆ। ਜੀ ਜਿੱਥੇ ਤੁਹਾਡੀ ਡਿਜ਼ਾਇਰ ਆ ਉੱਥੇ ਅਵਰਜਨ ਆਲਰੇਡੀ ਹੈਗਾ ਹੀ ਆ। ਜੀ ਕਿਉਂਕਿ ਜਿੱਦਾਂ ਹੀ ਡਿਜ਼ਾਇਰ ਨਹੀਂ ਹੋਊਗੀ ਪੂਰੀ, ਤੁਹਾਡਾ ਅਵਰਜਨ ਵਿਲ ਅਰਾਈਜ਼। ਤਾਂ ਇਹ ਦੋ ਚੀਜ਼ਾਂ ਜਿਹੜੀਆਂ ਆ ਇਹ ਦੋਨੋਂ ਨਾਲ ਜੁੜੀਆਂ ਆ। ਭਗਵਾਨ ਬੁੱਧ ਨੇ ਕਿਹਾ ਕਿ ਇਹਨਾਂ ਨੂੰ ਫੁੱਲੀ ਅੰਡਰਸਟੂਡ ਕਰਨਾ ਆ। ਜੀ ਤਾਂ ਜਿਹੜਾ ਪਹਿਲਾ ਐਸਪੈਕਟ ਜਿਹੜਾ ਆਉਂਦਾ ਆ ਇਹਦੇ ਵਿੱਚ ਉਹ ਇਹੀ ਆਉਂਦਾ ਹੈ ਕਿ ਪਹਿਲਾਂ ਤਾਂ ਇਹ ਅੰਡਰਸਟੂਡ ਕਰਦੇ ਹਾਂ ਅਸੀਂ ਮੈਡੀਟੇਸ਼ਨ ਦੇ ਵਿੱਚ। ਪਹਿਲਾਂ ਤਾਂ ਅਸੀਂ ਦੁੱਖ ਅੰਡਰਸਟੂਡ ਕੀਤਾ। ਜੀ ਜਦੋਂ ਅਸੀਂ ਦੁੱਖ ਅੰਡਰਸਟੂਡ ਕੀਤਾ ਤਦੋਂ ਵੈਨ ਵੀ ਡੂਇੰਗ ਮੈਡੀਟੇਸ਼ਨ, ਜਦੋਂ ਅਸੀਂ ਦੁੱਖ ਅੰਡਰਸਟੂਡ ਕਰਦੇ ਹਾਂ ਤਦੋਂ ਮਾਈਂਡ ਦੇ ਵਿੱਚ ਇੱਕ ਸੈਂਸ ਆਉਂਦੀ ਆ ਇਸ ਕਾਮ ਨਾ। ਕਿਉਂਕਿ ਹੁਣ ਤੁਹਾਨੂੰ ਪਤਾ ਚੱਲ ਰਿਹਾ ਹੈ ਕਿ ਮੇਰਾ ਦੁੱਖ ਦਾ ਕਾਰਨ ਜਿਹੜਾ ਮੈਂ ਸਮਝ ਰਿਹਾ ਆ ਉਹ ਨਹੀਂ ਆ। ਜੀ ਉਹ ਮੇਰੇ ਦੁੱਖ ਦਾ ਕਾਰਨ ਮੈਂ ਖੁਦ ਹੀ ਆ। ਉਸ ਵਕਤ ਮਾਈਂਡ ਥੋੜਾ ਕਾਮ ਹੁੰਦਾ ਆ। ਜੀ ਲੇਕਿਨ ਜਦੋਂ ਅਸੀਂ ਦੂਸਰਾ ਆਰਯ ਸੱਤਿ ਆਪਣੀ ਅਨੁਭੂਤੀ ਤੇ ਮੈਡੀਟੇਸ਼ਨ ਦੇ ਉੱਤੇ ਉਤਾਰਦੇ ਹਾਂ ਤਦੋਂ ਬਿਕੋਜ਼ ਯੂ ਨੋ ਦ ਕੋਜ਼ ਐਜ਼ ਵੈਲ, ਯੂ ਨੋ ਯੂ ਆਰ ਅਨਸੈਟਿਸਫਾਈਡ, ਦੈਟਸ ਵਾਈ ਯੂ ਆਰ ਸਫਰਿੰਗ। ਜੀ ਹੁਣ ਮਾਈਂਡ ਜਿਹੜਾ ਆ ਉਹ ਪੀਸ ਦੇ ਵਿੱਚ ਆ ਜਾਂਦਾ ਹੈ। ਜੀ ਸੋ ਤੋ ਆਸ ਜਿਹੜੀ ਸਟੇਜਿਸ ਆ ਦਿਸ ਹੈਜ਼ ਟੂ ਬੀ ਅਟੇਨਡ ਥਰੂ ਮੈਡੀਟੇਸ਼ਨ। ਇਹ ਇੰਟੈਲੈਕਚੁਅਲੀ ਅਸੀਂ ਕਰਦੇ ਹਾਂ ਤਾਂ ਕੋਈ ਪੀਸ ਨਹੀਂ ਆਣੇ ਵਾਲਾ। ਜੀ ਅਗਰ ਅਸੀਂ ਗੱਲਾਂ ਦੇ ਵਿੱਚ ਇਹਨੂੰ ਸਮਝਦੇ ਹਾਂ ਤਾਂ ਕੋਈ ਪੀਸ ਨਹੀਂ ਆਣੇ ਵਾਲਾ। ਇਸ ਲਈ ਭਗਵਾਨ ਬੁੱਧ ਕਰੇ ਜਦੋਂ ਇਹ ਦੂਸਰਾ ਆਰਯ ਸੱਤਿ ਅਸੀਂ ਆਪਣੀ ਅਨੁਭੂਤੀ ਤੇ ਨਿਕਾਲਦੇ ਹਾਂ ਤਦੋਂ ਦੇਰ ਇਜ਼ ਅ ਸੈਂਸ ਮਾਈਂਡ ਇਜ਼ ਇਨ ਪੀਸ। ਦੈਟਸ ਮੀਨ ਤਦੋਂ ਤੁਹਾਨੂੰ ਆਪ ਨੂੰ ਪਤਾ ਚੱਲਦਾ ਆ, ਤਦੋਂ ਯੂ ਆਰ ਦ ਬੁੱਧਾ ਹੂ ਨੋਜ਼ ਕਿ ਦਿਸ ਸਟੇਜ ਆਈ ਹੈਵ ਅਟੇਨ। ਜੀ ਨਾਓ ਆਈ ਐਮ ਇਨ ਪੀਸ। ਉਸ ਵਕਤ ਮਾਈਂਡ ਕਾਮ ਤਾਂ ਪੀਸ ਸਟੇਜ ਅਟੇਨ ਕਰਦਾ ਜਦੋਂ ਮਾਈਂਡ ਅੰਡਰਸਟੈਂਡ ਦੇਰ ਇਜ਼ ਦ ਕੋਜ਼ ਆਫ suffering, and then the mind goes to the second stage. The cause of suffering is the desire. ਜਿਹੜੀ ਮੇਰੀ desire ਆ that is causing the suffering, attachment to desire. ਫਿਰ ਉਹ ਤੋਂ ਬਾਅਦ ਜਿਹੜੀ ਤੀਸਰੀ ਆਉਂਦੀ ਆ the desire has been understood and it has been let go. ਤੁਸੀਂ ਉਹਨੂੰ ਬਿਲਕੁਲ ਜਿੱਦਾਂ ਦੀ ਹੈ ਉਦਾਂ ਦੀ ਛੱਡ ਦਿੰਦੇ ਆ। ਹੁਣ ਇਹਦੇ ਵਿੱਚ ਇੱਕ ਹੋਰ ਚੀਜ਼ ਇਹ ਆ ਕਿ ਕਈ ਵਾਰੀ ਅਸੀਂ ਜਦੋਂ ਧਿਆਨ ਸਾਧਨਾ ਕਰਦੇ ਹਾਂ ਜਾਂ ਉੱਦਾਂ ਵੀ ਅਸੀਂ ਅਗਰ ਇਹਨੂੰ ਇੰਟੈਲੈਕਚੁਅਲੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਵੀ ਟਰਾਈ ਟੂ ਸਪਰੈਸ ਨਾ। ਆਪਾਂ ਸਪਰੈਸ ਕਰਨ ਦੀ ਕੋਸ਼ਿਸ਼ ਕਰਨੀ ਆ। ਆਪਾਂ ਉਹਨੂੰ ਜਿਹੜੇ ਜਿੱਦਾਂ ਹੁਣ ਮੇਰੇ ਦੁੱਖ ਦਾ ਕਾਰਨ ਆ ਨਾ, ਮੇਰੇ ਪੈਰ ਦੇ ਵਿੱਚ ਦਰਦ ਹੋ ਰਹੀ ਆ, ਤਾਂ ਆਪਾਂ ਕਹਿਣਾ ਨਹੀਂ ਇਹ ਤਾਂ ਹੈ ਹੀ ਨਹੀਂ, ਭਗਵਾਨ ਬੁੱਧ ਨੇ ਤਾਂ ਕਿਹਾ ਇਹ ਹੈ ਹੀ ਨਹੀਂ, ਹੈ ਨਾ, ਇਹ ਮੇਰੇ ਦੁੱਖ ਦਾ ਕਾਰਨ ਹੈ ਹੀ ਨਹੀਂ। ਵੀ ਟਰਾਈ ਟੂ ਸਪਰੈਸ ਇਟ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਯੂ ਗੋਨਾ ਤੁਸੀਂ ਉਹਨੂੰ ਜਿੱਦਾਂ ਸਪਰੈਸ ਨਹੀਂ ਕਰਨਾ, ਉਹਨੂੰ ਜਿੱਦਾਂ ਦਬਾਣੇ ਦੀ ਕੋਸ਼ਿਸ਼ ਨਹੀਂ ਅਸੀਂ ਕਰਨੀ ਹੈਗੀ। ਵੀ ਹੈਵ ਟੂ ਲੈਟ ਕਮ ਅਪ। ਉਸ ਵਕਤ ਅਸੀਂ ਉਹਨੂੰ ਲੈਟ ਕਮ ਅਪ ਤਾਂ ਵੀ ਹੈਵ ਟੂ ਸੀ ਦ ਨੇਚਰ ਆਫ ਇਟ। ਕਿਉਂਕਿ ਭਗਵਾਨ ਬੁੱਧ ਨੇ ਕਿਹਾ ਕਿ ਮੇਰੀ ਗੱਲ ਜਿਹੜੀ ਆ ਉਹਦੇ ਤੇ ਅੰਧ ਵਿਸ਼ਵਾਸ ਦੇ ਨਾਲ ਨਾ ਵਿਸ਼ਵਾਸ ਕਰੋ, ਹੈ ਨਾ। ਉਹਨੂੰ ਪਹਿਲਾਂ ਦੇਖੋ ਕਿ ਕਿਆ ਹੈ, ਕਿਆ ਮੈਂ ਸੱਤੇ ਕਿਹਾ ਆ, ਹੈ ਨਾ। ਵੀ ਹੈਵ ਟੂ ਅੰਡਰਸਟੈਂਡ ਦੈਟ, ਵੀ ਹੈਵ ਟੂ ਪੁੱਟ ਦਿਸ ਇਨਟੂ
ਜੀ। ਪ੍ਰੈਕਟਿਸ। ਜੀ। ਹੁਣ ਉਹਨੂੰ ਜਦੋਂ ਅਸੀਂ ਉਹਨੂੰ ਸਾਰੀਆਂ ਜਿਹੜੀ ਚੀਜ਼ਾਂ ਆ ਰਹੀਆਂ ਭਗਵਾਨ ਬੁੱਧ ਕਹਿ ਰਿਹਾ ਆਪਣੇ ਆਪ ਮਾਰਗ ਦੇ ਵਿੱਚ ਜਿਹੜੀਆਂ ਤੁਹਾਡੇ ਅੰਦਰ ਆ ਰਹੀਆਂ ਡਿਜ਼ਾਇਰ ਉਹਨਾਂ ਨੂੰ ਆਉਣ ਦਿਓ। ਜੀ। ਕਿਉਂਕਿ ਜਦੋਂ ਤੱਕ ਉਹ ਉੱਪਰ ਨਹੀਂ ਆਉਂਗੀਆਂ, ਜਦੋਂ ਸਬ ਕੌਨਸ਼ੀਅਸ ਤੋਂ ਕੌਨਸ਼ੀਅਸ ਨਹੀਂ ਹੋਣਗੀਆਂ, ਤਦ ਤੱਕ ਤੁਹਾਨੂੰ ਪਤਾ ਹੀ ਨਹੀਂ ਚੱਲੂਗਾ ਕਿ ਤੁਹਾਡੇ ਅੰਦਰ ਇਹ ਬਿਮਾਰੀ ਹੈ। ਉਹ ਅੰਜਨਾ ਜੀ, ਤੁਸੀਂ ਇੰਨੇ ਸੋਹਣੇ ਤਰੀਕੇ ਦੇ ਨਾਲ ਐਕਸਪਲੇਨੇਸ਼ਨ ਦੇ ਰਹੇ ਹੋ, ਮੈਨੂੰ ਆਪਣਾ ਸਾਰਾ ਪ੍ਰੋਗਰਾਮ ਹੀ ਚੇਂਜ ਕਰਨਾ ਪੈਣਾ, ਕਿਉਂਕਿ ਮੈਂ ਚਾਹੁੰਦਾ ਤੁਹਾਡੇ ਨਾਲ ਜਿਹੜੀ ਇੰਨੀ ਸੋਹਣੀ ਡਿਸਕਸ਼ਨ ਹੋ ਰਹੀ ਆ, ਕਿਉਂਕਿ ਬ੍ਰੇਕ ਦਾ ਟਾਈਮ ਹੋ ਗਿਆ। ਬ੍ਰੇਕ ਤੋਂ ਬਾਅਦ ਆਪਾਂ ਫਿਰ ਇਸੇ ਹੀ ਥਾਂ ਤੇ ਜਿੱਥੇ ਤੁਸੀਂ ਆਪਣੀ ਕਨਵਰਸੇਸ਼ਨ ਰੋਕੀ ਆ, ਆਪਾਂ ਇੱਥੋਂ ਹੀ ਸ਼ੁਰੂ ਕਰਾਂਗੇ। ਹੁਣ ਬ੍ਰੇਕ ਦਾ ਟਾਈਮ ਹੋ ਗਿਆ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਮਿਲਦੇ ਹਾਂ। ਨਮੋ ਬੁੱਧਾ, ਜੈ ਭੀਮ। ਬ੍ਰੇਕ ਤੋਂ ਬਾਅਦ ਆਪ ਜੀ ਦਾ ਇੱਕ ਵਾਰ ਫਿਰ ਸਵਾਗਤ ਹੈ। ਬ੍ਰੇਕ ਤੋਂ ਪਹਿਲਾਂ ਅੰਜਨਾ ਜੀ ਦੇ ਨਾਲ ਸਾਡੀ ਜੋ ਅਟਲ ਸੱਚਾਈਆਂ ਦੀ ਗੱਲ ਚੱਲ ਰਹੀ ਸੀਗੀ, ਉਹ ਇੰਨੇ ਸੋਹਣੇ ਤਰੀਕੇ ਦੇ ਨਾਲ ਉਹ ਉਸ ਗੱਲ ਨੂੰ ਐਕਸਪਲੇਨ ਕਰ ਰਹੇ ਹਨ। ਆਓ ਅਸੀਂ ਜਿੱਥੇ ਗੱਲ ਨੂੰ ਛੱਡਿਆ ਉੱਥੋਂ ਮੁੜ ਕੇ ਫਿਰ ਸ਼ੁਰੂ ਕਰਦੇ ਹਾਂ। ਅੰਜਨਾ ਜੀ। ਹਾਂ, ਤਾਂ ਅਸੀਂ ਜਦੋਂ ਉਸ ਡਿਜ਼ਾਇਰ ਦੀ ਅਸੀਂ ਗੱਲ ਕਰ ਰਹੇ ਸੀਗੇ ਕਿ ਉਹਨਾਂ ਨੂੰ ਭਗਵਾਨ ਬੁੱਧ ਨੇ ਕਿਹਾ ਕਿ ਆਉਣ ਦਿਓ ਉਹਨਾਂ ਨੂੰ ਉੱਪਰ। ਜੀ। ਜਦੋਂ ਅਸੀਂ ਮੈਡੀਟੇਸ਼ਨ ਕਰਦੇ ਹਾਂ ਉਹਨਾਂ ਨੂੰ ਆਪਣੇ ਆਪ ਉੱਪਰ ਆ ਲੈਣ ਦਿਓ, ਹੈ ਨਾ। ਉਹਨਾਂ ਨੂੰ ਸਪਰੈਸ ਕਰਨ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਅਗਰ ਹਜੇ ਵੀ ਅਗਰ ਤਾਂ ਤੁਸੀਂ ਹਜੇ ਵੀ ਇਹ ਕਰ ਰਹੇ ਆ ਨਾ ਕਿ ਮੈਂ ਦੁਖੀ ਹਾਂ ਜੀ, ਮੈਂ ਦੁਖੀ ਹਾਂ, ਮੇਰੇ ਅੰਦਰ ਇਹ ਅਸੰਤੋਸ਼ ਹੈ, ਇਸ ਕਰਕੇ ਮੈਂ ਦੁਖੀ ਹਾਂ, ਦੈਟਸ ਮੀਨ ਇਹਦਾ ਮਤਲਬ ਇਹ ਹੈ ਕਿ ਤੁਸੀਂ ਪਹਿਲਾਂ ਵੀ ਆਰੇ ਸੱਤੇ ਨਹੀਂ ਸਮਝੇ। ਜੀ। ਕਿਉਂਕਿ ਜਦ ਤੱਕ ਮੈਂ ਔਰ ਮੇਰਾ ਨਾਲ ਜੁੜਿਆ ਆ ਤਦ ਤੱਕ ਤੁਸੀਂ ਅੰਡਰਸਟੂਡ ਨਹੀਂ ਹੋਏ। ਕਿਉਂਕਿ ਦ ਮਾਈਂਡ ਹੈਜ਼ ਟੂ ਸੇ, ਜਦ ਤੱਕ ਮਾਈਂਡ ਇਹ ਨਹੀਂ ਤੁਹਾਨੂੰ ਕਹਿ ਦਿੰਦਾ ਕਿ ਦੇਰ ਇਜ਼ ਸਫਰਿੰਗ, ਜੀ, ਉਹ ਤੁਹਾਡੇ ਮੈਂ ਤੋਂ ਅਲੱਗ ਹੋ ਚੁੱਕਿਆ ਆ ਹੁਣ। ਜੀ। ਦੁੱਖ ਹੈ, ਜਦੋਂ ਮਾਈਂਡ ਇਹ ਕਹਿ ਦਿੰਦਾ ਹੈ ਨਾ ਕਿ ਦੁੱਖ ਹੈ, ਮੈਂ ਇਕੱਲਾ ਨਹੀਂ ਦੁਖੀ, ਜੀ, ਮੈਂ ਇਕੱਲੀ ਨਹੀਂ ਦੁਖੀ, ਇਸ ਸੰਸਾਰ 'ਚ ਸਾਰੇ ਦੁਖੀ ਹੈ। ਕਿਉਂ ਦੁਖੀ ਹੈ? ਉਹ ਇਸ ਅਸੰਤੋਸ਼ ਦੇ ਕਰਕੇ ਦੁਖੀ ਹੈ। ਜੀ। ਜਦੋਂ ਮਾਈਂਡ ਇਹ ਪੂਰੀ ਤਰ੍ਹਾਂ ਜੀ, ਆਰੇ ਸੱਤੇ ਦਾ ਮਤਲਬ ਇਹੀ ਹੈ ਕਿ ਪੂਰੀ ਤਰ੍ਹਾਂ ਜਦ ਤੱਕ ਮਾਈਂਡ ਨਹੀਂ ਇਹ ਐਕਸੈਪਟ ਕਰਦਾ ਤਦ ਤੱਕ ਤੁਸੀਂ ਪਹਿਲਾ ਆਰੇ ਸੱਤੇ ਜਾਂ ਦੂਸਰਾ ਆਰੇ ਸੱਤੇ ਨਹੀਂ ਸਮਝੇ। ਜੀ। ਤਾਂ ਇਹ ਮੈਡੀਟੇਸ਼ਨ ਦੇ ਵਿੱਚ ਜਿਹੜੀ ਇਹ ਤੁਹਾਡੇ ਮਾਪਦੰਡ ਹੈ, ਭਗਵਾਨ ਬੁੱਧ ਨੇ ਕਿਹਾ ਇਹ ਮਾਪਦੰਡ ਹੈ, ਇਹ ਆਣੇ ਬਹੁਤ ਜ਼ਰੂਰੀ ਹੈ। ਜੀ। ਜਦ ਤੱਕ ਤਦੋਂ ਕਿਆ ਹੁੰਦਾ ਹੈ, ਜਦੋਂ ਤੁਸੀਂ ਦੂਸਰਾ ਆਰੇ ਸੱਤੇ ਸਮਝ ਗਏ ਤਦੋਂ ਤੁਸੀਂ ਐਦਾਂ ਨਹੀਂ ਕਦੀ ਵੀ ਕਹੋਗੇ ਕਿ ਮੈਂ ਇਸ ਲਈ ਦੁਖੀ ਹਾਂ। ਜੀ। ਅਗਰ ਤੁਹਾਡੇ ਮੂੰਹ ਚੋਂ ਫਿਰ ਵੀ ਇਹ ਗੱਲ ਨਿਕਲ ਰਹੀ ਆ ਨਾ ਕਿ ਮੈਂ ਦੁਖੀ ਹਾਂ, ਮੇਰੇ ਇਸ ਦੁੱਖ ਦਾ ਕਾਰਨ ਇਹ ਆ, ਇਹਦਾ ਮਤਲਬ ਤੁਸੀਂ ਆਰੇ ਸੱਤੇ ਨੂੰ ਹਜੇ ਤੱਕ ਨਹੀਂ ਸਮਝੇ। ਯੂ ਸਟਿਲ ਨੀਡ ਟੂ ਵਰਕ ਔਨ ਇਟ। ਜੀ। ਇਹ ਵਾਈਸ ਵਨ ਇਜ਼ ਟੀਚਿੰਗ। ਅਜਾਨ ਚਾਹ ਦੀ ਜਿਹੜੀ ਮੈਂ ਟੀਚਿੰਗ ਤੁਹਾਨੂੰ ਦੱਸ ਰਹੀ ਹਾਂ, ਅਜਾਨ ਸੁਮੇਧੋ, ਇਹ ਉਹਨਾਂ ਦੀ ਟੀਚਿੰਗ ਹੈ। ਦੇ ਸੈਡ ਯੂ ਹੈਵ ਟੂ ਅੰਡਰਸਟੈਂਡ ਜੀ ਕਿ ਵਟ ਇਜ਼ ਕੋਜ਼ਿੰਗ। ਜੀ। ਦ ਮਾਈਂਡ ਹੈਜ਼ ਟੂ ਚੇਂਜ ਐਜ਼ ਯੂ ਡਿਵੈਲਪ ਦ ਮਾਈਂਡ। ਅਗਰ ਮਾਈਂਡ ਹੀ ਨਹੀਂ ਡਿਵੈਲਪ ਹੋ ਰਿਹਾ, ਯੂ ਆਰ ਓਨਲੀ ਅੰਡਰਸਟੈਂਡਿੰਗ ਦ ਟਰੁਥ ਇੰਟੈਲੈਕਚੁਅਲੀ। ਤੁਸੀਂ ਆਪਣੀ ਬੁੱਧੀ ਦੇ ਰੂਪ ਤੋਂ ਹੀ ਅੰਡਰਸਟੈਂਡ ਹੋਏ ਆ। ਇਹਦੇ ਨਾਲ ਤੁਹਾਡਾ ਮਨ ਜਿਹੜਾ ਉਹ ਬਦਲਣੇ ਵਾਲਾ ਨਹੀਂ। ਭਗਵਾਨ ਬੁੱਧ ਦਾ ਜਿਹੜਾ ਰਾਸਤਾ ਆ ਉਹ ਹੈ ਕੀ? ਜੀ। ਉਹ ਇਹੀ ਆ ਕਿ ਅਸੀਂ ਰਿਫਲੈਕਟ ਔਨ ਦਾ ਮਾਈਂਡ। ਆਪਾਂ ਆਪਣੀ ਜਿਹੜੇ ਆ ਹਰੇਕ ਚੀਜ਼ ਜਿਹੜੀ ਸਾਡੇ ਵਿੱਚ ਹੋ ਰਹੀ ਆ ਆਲੇ ਦੁਆਲੇ, ਉਹਨਾਂ ਨੂੰ ਅਸੀਂ ਰਿਫਲੈਕਟ ਕਰੀਏ। ਜੀ। ਉਹਨੂੰ ਅਸੀਂ ਉਹਦੇ ਸਹੀ ਰੂਪ 'ਚ ਦੇਖੀਏ, ਸੱਤੇ ਰੂਪ 'ਚ, ਸਮਾਂ ਦਿਠੀ ਨਾਲ ਉਹਨੂੰ ਦੇਖੀਏ। ਪਹਿਲਾ ਜਿਹੜਾ ਆਰੇ ਅਸ਼ਟਾਂਗਿਕ ਮਾਰਗ ਦਾ ਉਹ ਇਹੀ ਹੈ ਕਿ ਅਸੀਂ ਉਹਨੂੰ ਸਹੀ ਤਰੀਕੇ ਨਾਲ ਜਾਣਨੇ ਦੀ ਕੋਸ਼ਿਸ਼ ਕਰੀਏ। ਜੀ। ਤਾਂ ਇਹ ਜਿਹੜਾ ਜਦੋਂ ਇਹ ਤਨਾਅ ਦੇ ਜਿਹੜੇ ਆਉਂਦੇ ਆ ਉੱਪਰ ਡਿਜ਼ਾਇਰ, ਫਿਰ ਜਦੋਂ ਇਹ ਉੱਪਰ ਆਉਂਦੇ ਆ ਤਦੋਂ ਤੁਸੀਂ ਯੂ ਸ਼ੁਡ ਅੰਡਰਸਟੂਡ। ਜੀ। ਉਹ ਇਹ ਮਾਈਂਡ ਜਿੱਦਾਂ ਇਸ ਸਟੇਜ ਤੇ ਤਦੋਂ ਪਹੁੰਚਦਾ ਆ, ਦੈਨ ਮਾਈਂਡ ਲੈਟ ਗੋ ਆਫ ਇਟ। ਜੀ। ਮਾਈਂਡ ਇਹ ਸੋਚਦਾ ਆ, ਤਦੋਂ ਮਾਈਂਡ ਦੇ ਵਿੱਚ ਇਹ ਸੋਚ ਆਉਣੀ ਚਾਹੀਦੀ ਆ ਕਿ ਜਦੋਂ ਮੈਂ ਚਾਹੁੰਦਾ ਆ ਕੁਝ, ਮੈਂ ਤਾਂ ਵੀ ਦੁਖੀ ਹਾਂ। ਜੀ। ਅਗਰ ਮੈਂ ਉਹਨੂੰ ਨਹੀਂ ਚਾਹੁੰਦਾ, ਮੈਂ ਤਾਂ ਵੀ ਦੁਖੀ ਹਾਂ। ਜੀ। ਵੀ ਆਰ ਲਾਈਕ ਅ ਟੈਨਿਸ ਬੋਰਡ। ਭਗਵਾਨ ਬੁੱਧ ਦੀ ਅਗਰ ਅਸੀਂ ਜਾਣਨੇ ਦੀ ਕੋਸ਼ਿਸ਼ ਕਰੀਏ, ਇਟਸ ਲਾਈਕ ਅ ਟੈਨਿਸ ਬੋਰਡ। ਡਿਜ਼ਾਇਰ ਟੂ ਅਵਰਜਨ, ਅਵਰਜਨ ਟੂ ਡਿਜ਼ਾਇਰ। ਅਗਰ ਕੁਝ ਨਹੀਂ ਹੋ ਰਿਹਾ, ਫਿਰ ਮਾਈਂਡ ਇਜ਼ ਆਲਸੀ, ਆਲਸਪਨ ਆ ਜਾਂਦਾ ਆ। ਤਦੋਂ ਅਸੀਂ ਵਿਆਕੁਲਤਾ ਆ ਜਾਂਦੀ ਆ, ਸਾਡੇ ਅੰਦਰ ਬੇਚੈਨੀ ਆ ਜਾਂਦੀ ਆ। ਜੀ। ਇਹ ਕਿਉਂ ਹੋ ਰਿਹਾ? ਇਹ ਅਗਿਆਨਤਾ ਦੇ ਕਾਰਨ ਹੋ ਰਿਹਾ। ਜੀ। ਭਗਵਾਨ ਬੁੱਧ ਨੇ ਕਹਿ ਰਿਹਾ ਕਿਆ, ਔਰ ਜਦੋਂ ਅਸੀਂ ਇਸ ਚੀਜ਼ ਨੂੰ ਅਸੀਂ ਕੋਜ਼ ਆਫ ਸਫਰਿੰਗ ਜਦੋਂ ਕਰਦੇ ਹਾਂ ਤਦੋਂ ਵੀ ਸ਼ੁੱਡ ਹੈਵ ਡਿਵੈਲਪ ਦ ਸੈਂਸ ਆਫ ਅੰਡਰਸਟੈਂਡਿੰਗ। ਜੀ। ਜਿਹਨੂੰ ਕਹਿੰਦੇ ਸਮਾਂ ਦਿਠੀ। ਜੀ। ਇਹ ਹੁਣ ਅੰਡਰਸਟੂਡ ਹੋ ਚੁੱਕਿਆ ਹੈ ਕਿ ਆਹ ਆ। ਉਹ ਤੋਂ ਬਾਅਦ ਤੁਹਾਡੇ ਮਾਈਂਡ ਹੈਜ਼ ਟੂ ਕ੍ਰੀਏਟ ਦ ਰਾਈਟ ਜੀ ਥੋਟਸ ਐਜ਼ ਵੈਲ।
ਹੁਣ ਉਸ ਵਕਤ ਜਿੱਦਾਂ ਤੁਹਾਡਾ ਮਾਈਂਡ ਜਿੱਦਾਂ ਆ ਉਹ ਇਟ ਵਿਲ ਕੀਪ ਕ੍ਰੀਏਟਿੰਗ ਦਾ ਰਾਈਟ ਥੋਟ, ਜਿਹੜੀ ਸੰਮਾ ਥੋਟ ਹੈ, ਜਿਹੜੀ ਤੁਹਾਡੇ ਵੀ ਕਲਿਆਣ ਲਈ ਹੈ, ਸਮਾਜ ਦੇ ਵੀ ਕਲਿਆਣ ਲਈ ਆਉਣੇ ਵਾਲੀ ਹੈ। ਉਹ ਤੋਂ ਬਾਅਦ ਜਦੋਂ ਅਸੀਂ ਇਸ ਸਟੇਜ ਤੱਕ ਪਹੁੰਚਦੇ ਆ ਦੈਨ ਯੂ ਲੈਟ ਗੋ ਆਫ ਇਟ। ਫਿਰ ਇਹਦੇ ਜਿਹੜੇ 3 ਐਸਪੈਕਟਸ ਆਉਂਦੇ ਆ ਕਿ ਦੇਰ ਇਜ਼ ਕੋਜ਼ ਆਫ ਸਫਰਿੰਗ ਜੀ, ਉਹ ਅੰਡਰਸਟੂਡ ਹੋਏ ਪਹਿਲਾਂ ਜੀ। ਇਹ ਮੈਂ ਮਾਰਗ ਦੀ ਗੱਲ ਕਰ ਰਹੀ ਹਾਂ, ਇਹ ਮੈਂ ਮੈਡੀਟੇਸ਼ਨ ਪ੍ਰੋਸੈਸ ਦੀ ਗੱਲ ਕਰ ਰਹੀ ਹਾਂ। ਜਦੋਂ ਅਸੀਂ ਮੈਡੀਟੇਟ ਕਰਦੇ ਹਾਂ ਤਦੋਂ ਇਹ ਸਟੇਜਸ ਆਉਂਦੀਆਂ ਜੀ। ਦ ਮਾਈਂਡ ਹੈਜ਼ ਫੁਲੀ ਅੰਡਰਸਟੂਡ ਸਮਝ ਹੀ ਉਦੋਂ ਆਉਣਾ ਜਦੋਂ ਪ੍ਰੈਕਟੀਕਲੀ ਤੁਸੀਂ ਕਰਨਾ। ਹਾਂਜੀ ਜੀ। ਤਾਂ ਉਹ you have understood there is the cause of suffering, ਫਿਰ mind has come up the another stage, I should understand this ਜੀ suffering ਜੀ। ਫਿਰ ਉਹ ਤੋਂ ਬਾਅਦ ਜਿਹੜੀ ਸਟੇਜ ਆਉਂਦੀ ਹੈ when you let go, ਉਹ ਹੁੰਦੀ ਹੈ the desire has to let go ਜੀ। ਇੱਥੇ ਤੱਕ ਤੁਸੀਂ ਪਹੁੰਚ ਗਏ, mind is in peace ਜੀ and mind is calm now ਜੀ। ਫਿਰ ਤੀਸਰਾ ਚਰਨ ਸ਼ੁਰੂ ਹੁੰਦਾ ਹੈ ਮੈਡੀਟੇਸ਼ਨ ਦਾ, ਉਹ ਹੈਗਾ there is the end of suffering ਜੀ। ਹੁਣ ਇਹ ਐਂਡ ਆਫ ਸਫਰਿੰਗ ਦ ਮਾਈਂਡ ਵਿਲ ਅੰਡਰਸਟੈਂਡ। ਹੁਣ ਮਾਈਂਡ ਵਿਲ ਐਗਜ਼ਾਮਿਨ ਜੀ। ਹੁਣ ਮਾਈਂਡ ਜਿਹੜਾ ਆ ਉਹ ਐਗਜ਼ਾਮ ਕਰੂਗਾ ਕਿ ਇਹ ਕਿਉਂ ਸਫਰਿੰਗ ਹੋ ਰਹੀ ਹੈ, ਇਹ ਅਸੰਤੋਸ਼ ਮੇਰੇ ਅੰਦਰ ਕਿਉਂ ਹੈ ਜੀ। ਜਦੋਂ ਇਹ ਸਟੇਜ ਵਿਪਾਸਨਾ ਦੇ ਵਿੱਚ ਆ ਜਾਂਦੀ ਹੈ, ਜਦੋਂ ਤੁਸੀਂ ਯੂ ਸੀ, ਭਗਵਾਨ ਬੁੱਧ ਨੇ ਕਿਹਾ ਹੈ ਕਿ ਉਪਜੰਤੀ ਨਿਰੰਜਨਤੀ ਜੀ। ਜਿੱਦਾਂ ਉਹ ਜਨਮ ਲੈਂਦਾ ਆ ਔਰ ਖਤਮ ਹੋ ਜਾਂਦਾ ਹੈ। ਜਿਹੜੀ ਮੈਂ ਡਿਜ਼ਾਇਰ ਨੂੰ ਦੇਖ ਰਿਹਾ ਆ, ਜਿਹੜੀ ਮੈਂ ਡਿਜ਼ਾਇਰ ਨੂੰ ਜਦੋਂ ਮਾਈਂਡ ਇਜ਼ ਲੁਕਿੰਗ ਐਟ ਦਾ ਇਟਸੈਲਫ, ਉਹ ਡਿਜ਼ਾਇਰ ਜਦੋਂ ਤੁਸੀਂ ਦੇਖਦੇ ਆ ਉਹ ਇਟਸ ਚੇਂਜਿੰਗ ਜੀ। ਇਟਸ ਚੇਂਜਿੰਗ ਟੂ ਅਵਰਜਨ, ਅਵਰਜਨ ਟੂ ਡਿਜ਼ਾਇਰ, ਡਿਜ਼ਾਇਰ ਟੂ ਅਵਰਜਨ, ਅਵਰਜਨ ਟੂ ਡਿਜ਼ਾਇਰ। ਤਾਂ ਉਹ ਜਿਹੜਾ ਉਹਦਾ ਜਿਹੜਾ ਰੂਪ, ਉਹਦਾ ਜਿਹੜਾ ਸਹੀ, ਉਹਦੀ ਜਿਹੜਾ ਕੈਰੈਕਟਰ ਆ, ਇਟਸ ਆਲਵੇਜ਼ ਚੇਂਜਿੰਗ, ਇਟਸ ਇੰਪਰਮਾਨੈਂਸ ਜੀ। ਤਾਂ ਆਹ ਤੁਹਾਡੇ ਤੀਸਰੇ ਆਰਯ ਸੱਤੇ ਦੇ ਵਿੱਚ ਆਉਂਦੇ ਆ ਕਿ ਇਟਸ ਇੰਪਰਮਾਨੈਂਸ ਜੀ। ਜਿਹੜਾ ਦੁੱਖ ਦਾ ਕੋਜ਼ ਹੈ ਇਹ ਵੀ ਇੰਪਰਮਾਨੈਂਸ ਹੈ ਜੀ। ਇਹਦੇ ਵਿੱਚ ਕੁਝ ਵੀ ਪਰਮਾਨੈਂਟ ਨਹੀਂ ਆ ਕਿਉਂਕਿ ਐਵਰੀਥਿੰਗ ਇਜ਼ ਚੇਂਜਿੰਗ ਜੀ। ਆਲਸ ਜਿਹੜਾ ਆ ਉਹ ਵੀ ਚੇਂਜ ਹੋ ਜਾਂਦਾ ਆ, ਜਿਹੜੀ ਹੁਣ ਮੇਰੀ ਅਗਿਆਨਤਾ ਸੀ ਉਹ ਵੀ ਹੁਣ ਗਿਆਨਤਾ ਦੇ ਵਿੱਚ ਚੇਂਜ ਹੋ ਰਹੀ, ਐਵਰੀਥਿੰਗ ਇਜ਼ ਚੇਂਜਿੰਗ। ਤਾਂ ਉਸ ਵਕਤ ਉਸ ਸਟੇਜ ਤੇ ਆ ਕੇ ਯੂ ਅੰਡਰਸਟੈਂਡ ਦਾ ਅਨਿੱਛਾ ਜੀ, ਜਿਹਨੂੰ ਅਸੀਂ ਭਗਵਾਨ ਬੁੱਧ ਨੇ ਕਿਹਾ ਅਨਿੱਛਾ ਜੀ, ਉਹਨੂੰ ਅਸੀਂ ਸਮਝਦੇ ਹਾਂ ਤਾਂ ਵੀ ਡਿਵੈਲਪ ਦ ਸੈਂਸ ਆਫ ਕਿ ਦਿਸ ਹੈਜ਼ ਟੂ ਲੈਟ ਗੋ। ਹੁਣ ਉਸ ਵਕਤ ਤੁਹਾਨੂੰ ਇਹ ਆਉਂਦੀ ਹੈ ਕਿ ਹੁਣ ਜਿਹੜਾ ਦੁੱਖ ਹੈ ਨਾ ਉਹ ਦੁੱਖ ਨਹੀਂ ਰਹਿ ਗਿਆ ਜੀ, ਯੂ ਹੈਵ ਟੂ ਐਮਬੈਰਸ ਜੀ। ਹੁਣ ਤੁਸੀਂ ਉਸ ਦੁੱਖ ਨੂੰ ਨਾ ਬੜੀ ਹੀ ਖੁਸ਼ੀ ਨਾਲ ਉੱਭਰ ਕੇ ਤੁਸੀਂ ਉਹਨੂੰ ਐਕਸੈਪਟ ਕਰਦੇ ਹੋ ਉਸ ਸਟੇਜ ਤੱਕ ਆ ਕੇ, ਕਿਉਂਕਿ ਹੁਣ ਉਹ ਦੁੱਖ ਜਿਹੜਾ ਹੈ ਉਹਦੇ ਰੂਪ ਨੂੰ ਕਿਉਂਕਿ ਤੁਹਾਨੂੰ ਸਮਝ ਆ ਗਈ, ਸਮਝ ਆ ਗਈ ਦੁੱਖ, ਹੁਣ ਉਹ ਦੁੱਖ ਨਹੀਂ ਰਹਿ ਗਿਆ। ਹੁਣ ਜਦੋਂ ਤੁਸੀਂ ਉਹਨੂੰ ਦੁੱਖ ਨੂੰ ਉਹਨੂੰ ਤੁਸੀਂ ਲੈਟ ਇਟ ਕਮ ਜੀ। ਹੁਣ ਅਗਰ ਮੇਰੇ ਅੰਦਰ ਕੋਈ ਪੀੜਾ, ਸਰੀਰ ਦੀ ਪੀੜਾ ਆ ਰਹੀ ਹੈ, ਕੁਝ ਹੋ ਰਿਹਾ ਹੈ, ਜਿਹਨੂੰ ਕਿਹਾ ਕਾਇਆ ਮਾਰਾ, ਜਿੱਦਾਂ ਭਗਵਾਨ ਬੁੱਧ ਨੇ ਕਿਹਾ ਖੰਡ ਮਾਰਾ ਜੀ, ਉਹਦੀ ਕੋਈ ਦੁੱਖ ਆ ਰਿਹਾ ਜਾਂ ਕੁਝ ਹੋਰ ਦੁੱਖ ਆ ਰਿਹਾ, ਯੂ ਲੈਟ ਇਟ ਕਮ ਅਪ। ਹੁਣ ਤੁਸੀਂ ਆਪਣੇ ਅੰਦਰੋਂ ਮਨ ਦੇ ਅੰਦਰੋਂ ਤੁਹਾਡੇ ਅੰਦਰੋਂ ਆਈ ਚੀਜ਼ ਆਉਣ ਲੱਗ ਪੈਂਦੀ ਹੈ ਕਿ ਲੈਟ ਇਟ ਕਮ ਨਾਓ, ਹੈ ਨਾ, ਲੈਟ ਮੀ ਸੀ ਮੋਰ ਐਂਡ ਮੋਰ ਇੰਪਰਮਾਨੈਂਸ। ਤਾਂ ਇਹ ਜਦੋਂ ਪੂਰੀ ਤਰ੍ਹਾਂ ਫੁਲੀ ਡਿਜ਼ਾਇਰ ਜਦੋਂ ਤੁਸੀਂ ਅੰਡਰਸਟੈਂਡ ਕਰ ਜਾਂਦੇ ਆ ਡਿਜ਼ਾਇਰ ਨੂੰ, ਤਾਂ ਫਿਰ ਦੇਰ ਇਜ਼ ਅ ਪ੍ਰੋਸੈਸ ਵੈਨ ਯੂ ਲੈਟ ਗੋ ਆਫ ਐਵਰੀਥਿੰਗ ਜੀ। ਇਹ ਤੀਸਰੀ ਸਟੇਜ ਆ ਜਾਂਦੀ ਹੈ ਜਿਹੜੀ ਅਸੀਂ ਉਹਦੀ there is the end of suffering. That's mean you have established the end of suffering inside you. ਇਹ sense ਜਿਹੜੀ ਹੈ ਇਹ mind will tell you, ਜਦੋਂ ਤੁਸੀਂ meditation ਕਰਦੇ ਹੋ the mind will tell you that you have attained, because that will come in your nature. ਹੁਣ ਤੁਸੀਂ ਚੌਥੇ ਆਰੇ ਸੱਤੇ ਦੀ ਤਰਫ ਚੱਲਦੇ ਆ ਜੀ। ਹੁਣ ਇਹ ਤੋਂ ਬਾਅਦ ਅਸੀਂ ਚੌਥੇ ਆਰੇ ਸੱਤੇ ਦੀ ਤਰਫ ਪਹੁੰਚ ਜਾਂਦੇ ਆ, ਜਿਹੜਾ ਭਗਵਾਨ ਬੁੱਧ ਨੇ ਕਿਹਾ ਕਿ there is a ਮੱਗਾ ਜੀ। ਇਹ ਚਾਰ ਆਰੇ ਸੱਤੇ ਦਾ ਜਿਹੜਾ ਪੂਰਾ ਰਾਸਤਾ ਆ ਉਹ ਆਰੇ ਅਸ਼ਟਾਂਗਿਕ ਮਾਰਗ ਆ ਜੀ, ਜਿਹਦੇ ਵੀ ਆਪਣੇ ਇੱਕ ਕ੍ਰਮ ਦੇ ਹਿਸਾਬ ਨਾਲ ਉਹ ਚੱਲਦੇ ਆ ਜੀ, ਭਗਵਾਨ ਬੁੱਧ ਨੇ ਕਿਹਾ। ਹੋਰ ਇਹਦੇ ਵਿੱਚ ਅਸੀਂ ਇੱਕ ਹੋਰ ਬਹੁਤ ਅੱਛੀ ਚੀਜ਼ ਜਿਹੜੀ ਕਲੀਅਰ ਹੋਊਗੀ ਉਹ ਇਹ ਹੋਊਗੀ, ਕਿਉਂਕਿ ਅੱਜ ਜਿਹੜਾ ਸਮਾਜ ਆ ਉਹ ਇਹ ਸੋਚਦਾ ਕਿ ਭਗਵਾਨ ਬੁੱਧ ਨੇ ਜਿਹੜੀ ਟੀਚਿੰਗ ਆ ਸਿਰਫ ਮੰਕਸ ਲਈ ਆ ਜੀ, ਭਿੱਖੂਆਂ ਲਈ ਆ ਸਿਰਫ ਜੀ। ਇਹ ਭਗਵਾਨ ਬੁੱਧ ਨੇ ਬਹੁਤ ਪਹਿਲਾਂ ਹੀ ਆਪਣੇ ਜਦੋਂ ਉਹਨਾਂ ਨੇ ਟੀਚਿੰਗ ਐਸਟੈਬਲਿਸ਼ ਹੀ ਕੀਤੀ ਆ ਨਾ, ਤਦੋਂ ਹੀ ਇਹ ਭਗਵਾਨ ਬੁੱਧ ਨੇ ਕਲੀਅਰ ਹੋ ਚੁੱਕਿਆ ਹੈ ਕਿ ਉਹ ਭਿੱਖੂਆਂ ਲਈ ਨਹੀਂ ਸੀ ਸਿਰਫ ਜੀ, ਕਿਉਂਕਿ ਇਹਦੇ ਵਿੱਚ ਇੱਕ ਜਿਹੜਾ ਅਸ਼ਟਾਂਗਿਕ ਮਾਰਗ ਦੇ ਵਿੱਚ ਇੱਕ ਸਮਯਕ ਅਜੀਵਾ ਜਿਹੜੀ ਆਉਂਦੀ ਆ, ਉਹਦਾ ਮਤਲਬ ਹੀ ਇਹੀ ਆ ਕਿ ਇਹ ਸਾਰੇ ਸੰਸਾਰ ਦੇ ਲਈ ਆ ਟੀਚਿੰਗ ਜੀ। ਤਾਂ ਪਹਿਲਾਂ ਜਿੱਦਾਂ ਤੁਸੀਂ ਹੁਣ ਯੂ ਅੰਡਰਸਟੂਡ ਦਾ ਐਵਰੀਥਿੰਗ ਹੁਣ ਜੀ, ਫਿਰ ਉਹ ਤੋਂ ਬਾਅਦ ਜਿਹੜੇ ਹੈ ਯੂ ਹੈਵ
ਅਟੇਨ ਸਮਯਕ ਦਿਠੀ। ਜੀ ਹੁਣ ਤੁਸੀਂ ਅੰਡਰਸਟੂਡ ਹੋ ਚੁੱਕੇ ਆ ਦੁੱਖ ਨੂੰ, ਜੀ ਉਹ ਹੁਣ ਤੁਹਾਨੂੰ ਹਰੇਕ ਚੀਜ਼ ਦੀ ਰਾਈਟ ਅੰਡਰਸਟੈਂਡਿੰਗ ਆ ਜਾਂਦੀ ਆ, ਜੀ ਹੈ ਨਾ। ਉਹ ਤੋਂ ਬਾਅਦ ਤੁਸੀਂ ਯੂ ਸਟਾਰਟ ਟੂ ਕ੍ਰੀਏਟ ਸਮਯਕ ਸੰਕਲਪ। ਹੁਣ ਜਦੋਂ ਤੱਕ ਰਾਈਟ ਦਿਠੀ ਨਹੀਂ ਹੋਈ ਤਦੋਂ ਤੱਕ ਤੁਸੀਂ ਸੰਕਲਪ ਤੱਕ ਨਹੀਂ ਪਹੁੰਚ ਸਕਦੇ, ਜੀ। ਕਿਉਂਕਿ ਪਹਿਲਾਂ ਤਾਂ ਯੂ ਹੈਵ ਟੂ ਹੈਵ ਰਾਈਟ ਅੰਡਰਸਟੈਂਡਿੰਗ ਜੀ। ਟੂ ਕ੍ਰੀਏਟ ਦ ਰਾਈਟ ਥੋਟ। ਜੀ ਤਾਂ ਉਹ ਤੋਂ ਬਾਅਦ ਰਾਈਟ ਥੋਟ ਸ਼ੁਰੂ ਹੁੰਦੀ ਆ। ਫਿਰ ਰਾਈਟ ਥੋਟ ਤੋਂ ਬਾਅਦ ਜਦੋਂ ਦੋਨੋਂ ਮਿਲ ਗਏ, ਰਾਈਟ ਥੋਟ ਔਰ ਸਮਯਕ ਦਿਠੀ ਮਿਲ ਗਏ, ਫਿਰ ਦੇਰ ਇਜ਼ ਦ ਸਟੇਜ ਆਫ ਦ ਮਾਈਂਡ ਵੈਨ ਯੂ ਸਪੀਕ ਦ ਟਰੁਥ। ਜੀ ਤਦੋਂ ਤੁਸੀਂ ਸਮਯਕ ਵਾਚਾ ਦੀ ਤਰਫ ਪਹੁੰਚ ਜਾਂਦੇ ਆ। ਇਹ ਦਿਸ ਇਜ਼ ਦ ਪ੍ਰੋਸੈਸ ਆਫ ਮੈਡੀਟੇਸ਼ਨ, ਜੀ। ਕਿ ਤਦੋਂ ਤੁਸੀਂ ਸਮਯਕ ਵਾਚਾ ਤੱਕ ਪਹੁੰਚਦੇ ਆ। ਜਦੋਂ ਇਹ ਤਿੰਨ ਚੀਜ਼ਾਂ ਹੋ ਚੁੱਕੀਆਂ ਆ, ਜੀ। ਫਿਰ ਤੁਹਾਡੇ ਜਿਹੜੇ ਕਰਮ ਆ ਸਮਯਕ ਕੰਮਨ ਤੋਂ, ਜੀ ਉਹ ਜਿਹੜੇ ਤੁਹਾਡੇ, ਕਿਉਂਕਿ ਆਹ ਤਿੰਨ ਚੀਜ਼ਾਂ ਹੋ ਚੁੱਕੀਆਂ ਰਾਈਟ ਆਲਰੇਡੀ ਡਿਵੈਲਪਡ, ਜੀ। ਹੁਣ ਤੁਹਾਡੇ ਜਿਹੜੇ ਸਾਰੇ ਕਰਮ ਆ ਉਹ ਸਮਯਕ ਹੋਣੇ ਆ। ਜੀ ਸਮਯਕ ਹੋ ਗਏ, ਕਰਮ ਵੀ ਸਮਯਕ ਹੋ ਗਏ। ਫਿਰ ਭਗਵਾਨ ਬੁੱਧ ਨੇ ਕਿਹਾ ਇਹ ਸਾਰੀਆਂ ਚੀਜ਼ਾਂ ਹੋਣੇ ਤੋਂ ਬਾਵਜੂਦ ਵੀ ਇੱਕ ਚੀਜ਼ ਇੱਦਾਂ ਦੀ ਆ that has to also develop ਜੀ before you can attain ਨਿਬਾਣਾ। ਜੀ ਉਹ ਹੈਗੀ ਆ ਕਿ ਕਿਉਂਕਿ ਅਸੀਂ ਕਈ ਵਾਰੀ ਇਸ ਆ ਸਾਰੀਆਂ ਚੀਜ਼ਾਂ ਵੀ ਡਿਵੈਲਪ ਕਰ ਸਕਦੇ, ਕਿਉਂਕਿ ਸਾਡੀ ਅਜੀਵਾ ਜਿਹੜੀ ਆ ਉਹ ਵੀ ਸਮਯਕ ਹੋਣੀ ਚਾਹੀਦੀ ਆ, ਜੀ। ਜਿੱਥੋਂ ਅਸੀਂ ਅਜੀਵਾ ਕਮਾਉਂਦੇ ਆ। ਹੁਣ ਅਗਰ ਅਸੀਂ ਗੱਲ ਕਰੀਏ, ਭਿੱਖੂ ਤਾਂ ਅਜੀਵਾ ਕਰਦੇ ਹੀ ਨਹੀਂ, ਜੀ ਉਹਨਾਂ ਨੂੰ ਤਾਂ ਦੇ ਡੋਂਟ ਡੀਲ ਵਿਦ ਮਨੀ, ਜੀ ਉਹਨਾਂ ਦੀ ਤਾਂ ਅਜੀਵਿਕਾ ਹੈ ਹੀ ਨਹੀਂ। ਜੀ ਤਾਂ ਫਿਰ ਅਗਰ ਭਗਵਾਨ ਬੁੱਧ ਦੀ ਸਿੱਖਿਆ ਸਿਰਫ ਗ੍ਰਹਸਥਾਂ ਲਈ ਆ, ਫਿਰ ਅਜੀਵਿਕਾ ਕਿਉਂ ਪਾਇਆ ਭਗਵਾਨ ਬੁੱਧ ਨੇ ਇਹਦੇ ਵਿੱਚ? ਜੀ ਉਹ ਇਸੇ ਲਈ ਪਾਇਆ ਕਿਉਂਕਿ ਇਹ ਸਾਰੇ ਸੰਸਾਰ ਦੇ ਲਈ ਆ। ਜੀ ਸਮਯਕ ਅਜੀਵਿਕਾ ਹੋਣੀ ਬਹੁਤ ਜ਼ਰੂਰੀ ਆ। ਇਹ ਅਸ਼ਟਾਂਗਿਕ ਮਾਰਗ ਦੇ ਵਿੱਚ ਬਹੁਤ ਬੜਾ ਅੰਗ ਆ ਜੀ। ਮੋਰੈਲਿਟੀ ਦਾ। ਜਿਹੜੀ ਤੁਹਾਡੀ ਜਿੱਥੋਂ ਤੁਹਾਡੀ ਆਮਦਨੀ ਆ ਰਹੀ ਆ, ਉਹ ਵੀ ਭਗਵਾਨ ਬੁੱਧ ਨੇ ਕਿਹਾ ਕਿ ਉਹ ਸਹੀ ਹੋਣੀ ਚਾਹੀਦੀ ਆ। ਉਹਦੇ ਵਿੱਚ ਵੀ ਭਗਵਾਨ ਬੁੱਧ ਨੇ 4 ਚੀਜ਼ਾਂ ਦੱਸਿਆ ਕਿ 4 ਤਰ੍ਹਾਂ ਦੀ ਅਜੀਵਿਕਾ ਗਲਤ ਹੁੰਦੀ ਆ। ਜੀ ਇੱਕ ਤਾਂ ਪਸ਼ੂਆਂ ਦਾ ਜਿਹੜਾ ਵੇਚਣਾ ਉਹ ਗਲਤ ਆ, ਉਹਨਾਂ ਨੂੰ ਨਹੀਂ ਕਰਨਾ ਚਾਹੀਦਾ। ਇੱਕ ਮੀਟ ਨੂੰ ਨਹੀਂ ਵੇਚਣਾ ਚਾਹੀਦਾ ਕਿਉਂਕਿ ਉਹਦੇ ਵਿੱਚ ਕਿਲਿੰਗ, ਯੂ ਆਰ ਇਨਵੋਲਵਿੰਗ ਇਨਟੂ ਕਿਲਿੰਗ। ਜੀ ਤਾਂ ਫਿਰ ਜਿਹੜਾ ਤੀਸਰਾ ਆਉਂਦਾ ਆ ਉਹ ਵੈਪਨਸ, ਜੀ। ਜਿਹੜੇ ਹਥਿਆਰ ਆ ਉਹਦਾ ਵਪਾਰ ਨਹੀਂ ਕਰਨਾ ਚਾਹੀਦਾ। ਜੀ। ਚੌਥਾ ਆਉਂਦਾ ਹੈ ਕਿ ਇੰਟੌਕਸੀਕੈਂਟ, ਜੀ ਉਹ ਨਹੀਂ ਵੇਚਣੇ ਚਾਹੀਦੇ ਕਿਉਂਕਿ ਦੂਸਰਾ ਇਨਸਾਨ ਦੀ ਜਿਹੜੀ ਬੁੱਧੀ ਆ, ਤੁਸੀਂ ਉਹਨੂੰ ਅਸ਼ਟਾਂਗਿਕ ਮਾਰਗ ਤੇ ਚੱਲਣੇ ਤੋਂ ਤੁਸੀਂ ਰੋਕ ਯੂ ਆਰ ਲਿਆ। ਸਟਾਪਿੰਗ ਹਿਮ। ਜੀ ਤਾਂ ਇਹ 4 ਤਰ੍ਹਾਂ ਦੇ ਜਿਹੜੇ ਭਗਵਾਨ ਬੁੱਧ ਨੇ ਕਿਹਾ, ਇਹ ਜਿਹੜੇ ਆ ਇਹ ਕ੍ਰੀਏਟ ਸਮਥਿੰਗ ਇਨ ਯੋਰ ਮਾਈਂਡ ਜੀ। that will stop you to go to ਨਿਬਾਣਾ। ਜੀ ਇਹ 4 ਤਰ੍ਹਾਂ ਦੇ ਅਜੀਵਿਕਾ ਜਿਹੜੀ ਆਉਂਦੀ ਹੈ। ਉਹ ਤੋਂ ਬਾਅਦ ਜਿੱਦਾਂ ਹੁਣ ਅਸੀਂ ਆਰਿਆ ਅਸ਼ਟਾਂਗਿਕ ਫੁਲੀ ਵੀ ਅੰਡਰਸਟੂਡ, ਜੀ ਤਾਂ ਪਹਿਲਾਂ ਤਾਂ ਇਹ ਤੋਂ ਬਾਅਦ ਮਾਈਂਡ ਹੈਜ਼ ਅੰਡਰਸਟੂਡ ਦੇयर ਇਜ਼ ਆਰਿਆ ਅਸ਼ਟਾਂਗਿਕ ਮਾਰਗ। ਜੀ। ਆਪਾਂ ਪੂਰਾ ਸਟੈਬਲਿਸ਼ ਕਰ ਲਿਆ ਹੁਣ ਆਪਣੇ ਅੰਦਰ ਇਹ ਚੀਜ਼। ਜੀ ਆਪਾਂ ਸਮਯਕ ਅਜੀਵਿਕਾ ਵੀ ਸ਼ੁਰੂ ਕਰ ਦਿੱਤੀ ਆ। ਫਿਰ ਉਹ ਤੋਂ ਬਾਅਦ ਭਗਵਾਨ ਬੁੱਧ ਕਹਿੰਦੇ ਤਦੋਂ ਤੁਸੀਂ ਸਮਾਧੀ ਦੀ ਸਥਿਤੀ ਤੱਕ ਪਹੁੰਚਦੇ ਆ। ਜੀ ਤਦੋਂ ਆਉਂਦੀ ਹੈ ਸਮਯਕ ਐਫਰਟ, ਜੀ ਸਮਯਕ ਵਿਆਇਆਮ ਜੀ ਜਿਹਨੂੰ ਕਹਿੰਦੇ ਆ। ਹੁਣ ਵਿਆਇਆਮ ਸ਼ੁਰੂ ਕਰਦੇ ਇਹ ਤਾਂ effort ਤੁਸੀਂ ਸ਼ੁਰੂ- ਅਸ਼ਟਾਂਗ ਮਾਰਗ ਵੱਲ ਤੁਰ ਪਏ ਹੁਣ। ਹਾਂ, ਨਹੀਂ ਇਹ ਉਹ ਖਤਮ ਹੀ ਹੋਣ ਲੱਗਾ, ਸੌਰੀ। ਜੀ ਹਾਂ ਕਿਉਂਕਿ ਇਹ ਚੌਥਾ ਅੰਗ ਹੀ ਅਸ਼ਟਾਂਗਿਕ ਮਾਰਗ ਹੈ। ਜੀ ਸਮਯਕ ਵਿਆਇਆਮ। ਐਕਚੁਅਲੀ ਜਿਹੜਾ ਮੇਰਾ ਨਾਲ ਸੁਮਨ ਸਾਹਿਬ ਨੂੰ ਬਿਠਾਲਿਆ ਸੀ, ਮੈਂ ਉਹਨਾਂ ਵੱਲ ਅਸ਼ਟਾਂਗ ਮਾਰਗ ਵੱਲ ਆਉਣਾ ਸੀ, ਹਾਂ, ਉਹ ਲੇਕਿਨ ਅੰਕਲ ਜੀ- ਤੁਸੀਂ ਨਹੀਂ sorry। ਹੁਣ ਤੁਸੀਂ ਜਿਸ ਤਰੀਕੇ ਨਾਲ ਸਮਝਾ ਰਹੇ ਹੋ ਉਹਨਾਂ ਦੀ ਛੱਡੋ, ਉਹਨਾਂ ਨੂੰ ਕਿਸੇ ਹੋਰ ਪ੍ਰੋਗਰਾਮ ਵਿੱਚ ਪੁੱਛ ਲਵਾਂਗੇ। ਪਰ ਮੈਂ ਆਈ ਐਮ ਅਮੇਜ਼ਡ, ਜਿਸ ਬਹੁਤ ਹੀ ਸੋਹਣੇ ਤਰੀਕੇ ਨਾਲ ਤੁਸੀਂ ਸਾਡੇ ਦਰਸ਼ਕਾਂ ਨੂੰ ਜਿਹੜਾ ਸਮਝਾ ਰਹੇ ਆ, ਇਹਦੇ ਲਈ ਮੈਂ ਸਿਰਫ ਤੁਹਾਡੇ ਨਾਲ ਹੀ ਗੱਲ ਕਰਾਂਗਾ ਹੁਣ। ਹਾਂ ਚਲੋ ਕੈਰੀ ਔਨ। ਸਮਯਕ ਵਿਆਇਆਮ ਦੀ ਗੱਲ ਆਉਂਦੀ ਹੈ। ਇਹ ਪਹਿਲਾਂ 5 ਚੀਜ਼ਾਂ ਐਸਟੈਬਲਿਸ਼ ਹੋਣੀਆਂ ਚਾਹੀਦੀਆਂ ਜੀ ਬਿਫੋਰ ਯੂ ਮੇਕ ਦ ਐਫਰਟ ਟੂ ਅਟੇਨ ਨਿਬਾਣਾ। ਜੀ। ਭਗਵਾਨ ਬੁੱਧ ਨੇ ਕਿਹਾ ਹੁਣ ਇਹ 5 ਚੀਜ਼ਾਂ ਐਸਟੈਬਲਿਸ਼ ਹੋ ਗਈਆਂ, ਫਿਰ ਤੁਸੀਂ ਐਫਰਟ, ਫਿਰ ਜੀ। ਤਦੋਂ ਉਹ ਸਮਯਕ ਵਿਆਇਆਮ ਹੁੰਦਾ ਆ। ਜੀ ਤਦੋਂ ਤੁਹਾਡਾ ਵਿਆਇਆਮ ਸਮਯਕ ਆ। ਜੀ ਭਗਵਾਨ ਬੁੱਧ ਕਹਿੰਦੇ ਅਗਰ ਪਹਿਲੀ 5 ਚੀਜ਼ਾਂ ਨਹੀਂ ਅਟੇਨ ਹੋਈਆਂ, ਤੁਸੀਂ ਉੱਦਾਂ ਹੀ ਵਿਆਇਆਮ ਕਰਨ ਲੱਗੇ ਵਾ, ਦੈਟਸ ਨਾਟ ਗੋਇੰਗ ਟੂ ਬ੍ਰਿੰਗ ਐਨੀ ਬੈਨੀਫਿਟ ਟੂ ਯੂ। ਜੀ ਹੁਣ ਤੁਸੀਂ ਸਮਯਕ ਵਿਆਇਆਮ ਸ਼ੁਰੂ ਕਰਦੇ ਆ, ਉਹ ਰਾਈਟ ਐਫਰਟ ਹੁੰਦੇ ਆ, ਉਹਦੇ ਨਾਲ ਮਾਈਂਡ ਵਿਲ ਟ੍ਰੈਂਕਲਾਈਟ। ਜੀ ਹੁਣ ਉਹ ਪਿਓਰਿਟੀ ਦੇ ਵਿੱਚ ਜਾਂਦਾ ਆ ਮਾਈਂਡ। ਫਿਰ ਉਹ ਤੋਂ ਬਾਅਦ ਸਮਯਕ ਸਤੀ, ਫਿਰ ਉਹ ਤੋਂ ਬਾਅਦ ਸਤੀ ਉਤਪੰਨ ਹੁੰਦੀ ਆ ਮਨ ਦੇ ਵਿੱਚ ਕਿ ਸਾਰਾ ਕੁਝ ਅਨਿੱਛਾ ਹੈ। ਜੀ ਉਹ ਅਨਿੱਛਾ ਨੂੰ ਬਹੁਤ ਅੱਛੀ ਤਰ੍ਹਾਂ ਸਮਝ ਜਾਂਦਾ ਹੁਣ ਮਾਈਂਡ। ਫਿਰ ਮਾਈਂਡ ਇਜ਼ ਗੋਇੰਗ ਟੂ 8ਵੀਂ ਸਟੇਜ ਸਮਾਧੀ। ਹੁਣ ਜੀ। ਸਮਾਧੀ ਲੱਗੀ ਜੀ ਪੂਰੀ ਜੀ concentration। ਹੁਣ ਪੂਰੀ concentration ਸਾਡੇ ਅੰਦਰ ਆ ਗਈ। we have established the concentration। ਹੁਣ ਇਹ ਜਿਹੜਾ ਇਹ ਆਰਐਮ ਅਸ਼ਟਾਂਗਿਕ ਮਾਰਗ ਹੈ, ਇਹ ਪੂਰਾ ਐਸਟੈਬਲਿਸ਼ ਕਰਨਾ ਹੈ ਅੰਦਰ। ਜੀ
ਇਹਨੂੰ ਸਿਰਫ ਅਸੀਂ ਸਮਝਣਾ ਨਹੀਂ, ਇਹਨੂੰ ਪੂਰਾ ਵੀ ਹੈਵ ਟੂ ਅੰਡਰਸਟੈਂਡ ਐਂਡ ਵੀ ਹੈਵ ਟੂ ਐਸਟੈਬਲਿਸ਼ ਇਟ ਇਨਸਾਈਡ ਜੀ ਹੁਣ ਜਦੋਂ ਆਰਿਆ ਅਸ਼ਟਾਂਗਿਕ ਮਾਰਗ ਤੁਸੀਂ ਐਸਟੈਬਲਿਸ਼ ਕਰ ਲਿਆ, ਦੈਨ ਦੇਰ ਇਜ਼ ਦ ਇਹਦੇ ਵਿੱਚ ਵੀ ਤਿੰਨ ਐਸਪੈਕਟਸ ਆਉਂਦੇ ਆ ਜੀ ਪਹਿਲਾਂ ਤਾਂ ਮਾਈਂਡ ਹੈਜ਼ ਥਿੰਕ ਕਿ ਪਹਿਲਾਂ ਤਾਂ ਫਸਟ ਸਟੇਜ ਆਉਂਦੀ ਹੈ ਕਿ ਮਾਈਂਡ ਥਿੰਕਸ ਦੇਰ ਇਜ਼ ਦ ਵੇ ਆਫ ਆਊਟ ਆਫ ਸਫਰਿੰਗ, ਦੇਰ ਇਜ਼ ਦ ਮੱਗਾ। ਜੀ ਪਹਿਲਾਂ ਤਾਂ ਮਾਈਂਡ ਹੈਜ਼ ਅੰਡਰਸਟੂਡ दैट। ਜੀ फिर माइंड गोज टू द सेकंड स्टेज, द वे हैज़ टू बी डिवेलप्ड, द वे हैज़ बीन डिवेलप्ड। ਜੀ ਹੁਣ द वे हैज़ बीन डिवेलप्ड दैट्स मीन ਹੁਣ ਤੁਸੀਂ ਸਮਾਧੀ ਦੇ ਵਿੱਚ ਲੀਨ ਹੋਣ ਲੱਗ ਪਏ ਆ। ਜੀ ਹੁਣ ਇਹਦਾ ਜਿਹੜਾ ਤੀਸਰਾ ਐਸਪੈਕਟਸ ਆਉਂਦਾ ਆ, ਤਦੋਂ ਮਾਈਂਡ ਵਿਲ ਲੈਟ ਗੋ ਆਫ ਐਵਰੀਥਿੰਗ, ਜੀ ਤਦੋਂ ਦ ਮਾਈਂਡ ਹੈਜ਼ ਫ੍ਰੀ। ਜੀ ਹੁਣ ਮਾਈਂਡ ਜਿਹੜਾ ਆ ਉਹ ਅਰਹੰਤ ਹੋ ਚੁੱਕਿਆ ਆ, ਇਟਸ ਅਟੇਨਡ ਦ ਨਿਬਾਨਾ। ਜੀ The mind will tell you itself, now I don't attach to anything. Ji. That is become nibbana, arhant. Ji. Then you say the fully the way of the out of suffering has been fully developed, has been fully realized. Yes. This is the last noble truth which I have developed inside. ਹੁਣ ਤੁਸੀਂ ਨਿਬਾਨਾ ਦੀ ਸਟੇਜ ਤੇ ਪਹੁੰਚ ਚੁੱਕੇ ਆ, that is the ultimate truth. Now there is no ਅਨਿੱਛਾ, ਹੁਣ ਇੱਥੇ ਕੋਈ ਅਨਿੱਛਾ ਨਹੀਂ ਹੈ, ਇਸ ਪਰਮਾਨੈਂਟ ਸਟੇਜ। ਜੀ ਤਾਂ ਇਹ ਜਿਹੜੀ ਚਾਰ ਆਰੇ ਸੱਤੇ ਦੀ ਗੱਲ ਕੀਤੀ। ਅੰਜਨਾ ਜੀ ਤੁਸੀਂ ਇਤਨੇ ਸੋਹਣੇ ਤਰੀਕੇ ਦੇ ਨਾਲ ਸਮਝਾਇਆ। ਮੇਰਾ ਜਿਹੜਾ ਪਲਾਨ ਮੇਰੇ ਮਾਈਂਡ ਦਾ ਸੀ ਪ੍ਰੋਗਰਾਮ ਨੂੰ ਜਿਸ ਤਰ੍ਹਾਂ ਚਲਾਉਣ ਦਾ, ਮੈਂ ਇੱਕ ਗੀਤ ਵੀ ਸੁਣਾਉਣਾ ਸੀ, ਸਾਡੇ ਨਾਲ ਸਤਿਆ ਰੱਤੂ ਜੀ ਵੀ ਆਈ ਹੋਈ ਸੀ, ਉਹਨਾਂ ਨੇ ਕਿਉਂਕਿ ਕੱਲ੍ਹ ਨੂੰ ਬਾਬਾ ਸਾਹਿਬ ਜੀ ਦਾ ਜਨਮ ਦਿਨ ਆ, ਉਸ 'ਤੇ ਨਜ਼ਮ ਵੀ ਸੁਣਾਉਣੀ ਸੀ, ਉਹ ਮੈਂ ਸਾਰਾ ਕੁਝ ਕੈਂਸਲ ਕਰ ਦਿੱਤਾ ਕਿਉਂਕਿ ਅਸੀਂ ਦਰਸ਼ਕਾਂ ਨੂੰ ਡੂੰਘਾਈ ਤੱਕ ਜੋ ਬੁੱਧਿਜ਼ਮ ਹੈ ਉਸ ਬਾਰੇ ਦੱਸਣਾ ਹੈ। ਜਿਸ ਤਰ੍ਹਾਂ ਕਿ ਪਿਛਲੇ ਦਿਨ ਸੁਮਨ ਜੀ ਨੇ ਬੜੇ ਹੀ ਸਿੰਪਲ ਜਿਹੀ ਭਾਸ਼ਾ ਦੇ ਵਿੱਚ ਇਹ ਗੱਲ ਦੱਸੀ ਸੀਗੀ ਕਿ ਇਹ ਜਿਹੜੀ ਦੁਨੀਆ ਆ ਇਹ ਸਫ਼ਰ ਕਰ ਰਹੀ ਆ, ਔਰ ਇਸ ਬਿਮਾਰੀ ਦਾ ਇਲਾਜ ਜਿਹੜਾ ਆ ਉਹ ਤਥਾਗਤ ਬੁੱਧ ਨੇ ਦਿੱਤਾ, ਕਿਉਂਕਿ ਬੁੱਧ ਨੂੰ ਇੱਕ ਡਾਕਟਰ ਦੇ ਰੂਪ ਦੇ ਵਿੱਚ ਦੇਖਿਆ ਕਿ ਬੁੱਧਾ ਇਜ਼ ਏ ਡਾਕਟਰ। ਉਸ ਤੋਂ ਬਾਅਦ ਧੰਮਾ ਇਜ਼ ਏ ਮੈਡੀਸਨ ਜਿਹੜੀ ਬੁੱਧਾ ਨੇ ਤਿਆਰ ਕੀਤੀ ਆ। ਉਸ ਤੋਂ ਬਾਅਦ ਸੰਘਾ ਇਜ਼ ਏ ਨਰਸ ਜਿਹਨੇ ਕਿ ਉਸ ਬਿਮਾਰ ਸਮਾਜ ਨੂੰ ਨਰਸ ਕਰਨਾ, ਉਹ ਦਵਾਈ ਜਿਹੜੀ ਆ ਉਹਨਾਂ ਨੂੰ ਦੇਣੀ ਆ। ਜਿਹੜੀ ਪ੍ਰੋਬਲਮ ਇਹ ਆ ਕਿ ਜਿਹੜਾ ਬੁੱਧ ਦਾ ਜਿੰਨਾ ਵੀ ਟੀਚਿੰਗ ਆ ਉਹ ਜ਼ਿਆਦਾ ਜਿਹੜੀ ਆ ਉਹ ਪਾਲੀ ਭਾਸ਼ਾ 'ਚ ਆ, ਕਿਉਂਕਿ ਪਾਲੀ ਭਾਸ਼ਾ ਤਾਂ ਮੇਰੇ ਵਰਗਿਆਂ ਨੂੰ ਵੀ ਨਹੀਂ ਆਉਂਦੀ, ਭਾਵੇਂ 40-45 ਸਾਲ ਤੋਂ ਇਸ ਮਿਸ਼ਨ ਦੇ ਨਾਲ ਜੁੜੇ ਹੋਏ ਆ, ਰਾਈਟ। ਅਤੇ ਜਦੋਂ ਹੁਣ ਦੇਖਦੇ ਹਾਂ ਵੀ ਜਿਹੜੇ ਸਧਾਰਨ ਵਿਅਕਤੀ ਆ ਉਹ ਪਾਲੀ ਭਾਸ਼ਾ ਨੂੰ ਕਿਸ ਤਰ੍ਹਾਂ ਸਮਝ ਸਕਦੇ ਆ। ਹੁਣ ਦਵਾਈ ਬਣੂਈ ਆ, ਜਿਹੜੀ ਦਵਾਈ ਆ ਉਹਦੀ ਜਿਹੜੀ ਭਾਸ਼ਾ ਲਿਖੀ ਹੋਈ ਆ, ਇਹ ਕਾਹਦੀ ਦਵਾਈ ਆ, ਇਹਨੂੰ ਕਿੱਦਾਂ ਖਾਣਾ ਆ, ਕਿਸ ਤਰ੍ਹਾਂ ਲੈਣਾ ਆ, ਕਿਹੜੀ ਚੀਜ਼ ਤੋਂ ਪਰਹੇਜ਼ ਕਰਨਾ, ਜਿੰਨਾ ਚਿਰ ਉਹਦੀ ਸਮਝ ਨਹੀਂ ਲੱਗਦੀ ਉਨਾ ਚਿਰ ਉਸ ਦਵਾਈ ਦਾ ਕੋਈ ਫਾਇਦਾ ਨਹੀਂ। ਜਿਸ ਤਰ੍ਹਾਂ ਤੁਸੀਂ ਹੁਣ 4 ਆਰੀਆ 7 ਬਾਰੇ ਸਮਝਾਇਆ, ਇਹਦੇ ਵਿੱਚ ਵੀ ਜਿਹੜੀ ਗੱਲ ਆਉਂਦੀ ਉਹ ਇਹੀ ਆਉਂਦੀ ਹੈ ਕਿ ਸਭ ਕੁਝ ਤੁਹਾਨੂੰ ਪ੍ਰੈਕਟੀਕਲੀ ਕਰਨਾ ਪੈਣਾ। ਜਿੰਨਾ ਚਿਰ ਤੁਸੀਂ ਪ੍ਰੈਕਟੀਕਲੀ ਨਹੀਂ ਕਰਦੇ ਉਨਾ ਚਿਰ ਉਹਦਾ ਕੋਈ ਫਾਇਦਾ ਨਹੀਂ। ਜਿੰਨੇ ਮਰਜ਼ੀ ਪਾਠ ਪੂਜਾ ਕਰੀ ਜਾਓ, ਜੋ ਕੁਛ ਮਰਜ਼ੀ ਕਰੀ ਜਾਓ, ਜਿਹਨੂੰ ਮਰਜ਼ੀ ਧਿਆਈ ਜਾਓ। ਤੋ ਇਸ ਕਰਕੇ ਮੈਂ ਤੁਹਾਡੇ ਨਾਲ ਕੰਟੀਨਿਊ ਰੱਖਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਜਿਹੜੀ ਤਥਾਗਤ ਬੁੱਧ ਨੇ ਸਮਾਜ ਨੂੰ ਦਵਾਈ ਦਿੱਤੀ, ਉਹਨੇ ਕਿਹਾ ਆਓ ਮੈਂ ਤੁਹਾਨੂੰ ਦੱਸਦਾ, ਮੈਂ ਇੱਕ ਦਵਾਈ ਤਿਆਰ ਕੀਤੀ ਆ, ਜੇ ਤੁਸੀਂ ਇਹ ਦਵਾਈ ਲਓਗੇ ਤਾਂ ਜਿਹੜੇ ਤੁਹਾਡੇ ਦੁੱਖ ਤਕਲੀਫ ਆ ਉਹ ਸਾਰੇ ਦੂਰ ਹੋ ਜਾਣਗੇ। ਉਹਨਾਂ ਨੇ ਸਭ ਤੋਂ ਪਹਿਲਾਂ ਪੰਚਸ਼ੀਲ ਜਿਹੜੇ ਆ ਉਹ ਉਹਨਾਂ ਨੇ ਦੱਸੇ ਕਿ ਆਪਣੇ ਜੀਵਨ ਦੇ ਵਿੱਚ ਆਹ ਸ਼ੀਲ ਤੁਸੀਂ ਜਿਹੜੇ ਆ ਇਹ ਉਤਾਰ ਲਵੋ ਤਾਂ ਜਿਹੜੇ ਤੁਹਾਡੇ ਦੁੱਖ ਆ ਉਹ ਤੁਹਾਡੇ ਤੋਂ ਦੂਰ ਭੱਜਣਗੇ। ਉਹ ਜਿਹੜੇ ਪੰਚਸ਼ੀਲ ਆ ਉਹਨੂੰ ਪੰਜਾਬੀ ਦੇ ਵਿੱਚ ਤੁਸੀਂ ਦੱਸੋਗੇ, ਕਿਉਂਕਿ ਉਹ ਵੀ ਜਦੋਂ ਅਸੀਂ ਮਤਲਬ ਦੂਸਰੀ ਲੈਂਗੁਏਜ ਦੇ ਵਿੱਚ ਬੋਲਦੇ ਹਾਂ ਤਾਂ ਉਹ ਸਮਝ ਨਹੀਂ ਲੱਗਦੀ ਹੈ ਕਿ ਜਿਹੜਾ ਸਧਾਰਨ ਵਿਅਕਤੀ ਆ ਉਹਨੂੰ ਇਹ ਨਹੀਂ ਸਮਝ ਲੱਗਦੀ ਕਿ ਇਹ ਕੀ ਚੀਜ਼ ਹੈ। ਉਹਨੂੰ ਤੁਸੀਂ ਪੰਜਾਬੀ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋਗੇ? ਹਾਂਜੀ ਜ਼ਰੂਰ, ਲੇਕਿਨ ਮੈਂ ਪਹਿਲਾਂ ਤੁਹਾਡੀ ਗੱਲ ਤੇ ਆਉਣਾ ਚਾਹੁੰਦੀ ਹਾਂ। ਜਿਹੜੀ ਤੁਸੀਂ ਕਿਹਾ ਕਿ ਪਾਲੀ ਭਾਸ਼ਾ ਇੱਕ ਓਬਜੈਕਸ਼ਨ, ਜਿਹੜੀ ਤੁਸੀਂ ਕਿਹਾ ਓਬਸਟੀਕਲ ਆਉਂਦੀ ਹੈ ਸਾਡੇ ਵਿੱਚ ਜੀ।
ਮੈਂ ਤੁਹਾਨੂੰ ਇੱਥੇ ਇੱਕ ਗੱਲ ਦੱਸੂੰਗੀ ਕਿ ਇੱਥੇ ਜਦੋਂ ਭਗਵਾਨ ਬੁੱਧ ਨੇ ਜਿਹੜਾ ਪਹਿਲਾ ਆਰਯ ਸੱਤਿਆ ਦਾ ਉਪਦੇਸ਼ ਦਿੱਤਾ, ਉੱਥੇ 5 ਜਿਹੜੇ ਸਾਧੂ ਸੀਗੇ ਉਹਨਾਂ ਦੇ ਨਾਲ, ਜੀ। ਉਹਨਾਂ ਨੂੰ ਪਹਿਲਾ ਉਪਦੇਸ਼ ਦਿੱਤਾ। ਉਹਨਾਂ ਦੇ ਵਿੱਚ ਸੀਗੇ ਕੌਂਡਨਿਆ ਬੈਠੇ, ਜੀ ਉਹਨਾਂ ਦੇ ਵਿੱਚ ਉਹਨਾਂ ਦੇ ਉਹ ਬਚਪਨ ਦੇ ਟੀਚਰ ਸੀਗੇ, ਉਹ ਵੀ ਬੈਠੇ ਸੀ ਨਾਲ ਜੀ। ਜਦੋਂ ਉਹਨਾਂ ਨੇ ਪਹਿਲੇ ਆਰਯ ਸੱਤਿਆ ਨੂੰ ਸਮਝਾਇਆ। ਜੀ ਉਹਨਾਂ ਨੇ ਬਹੁਤ ਡਿਟੇਲ 'ਚ ਉਹਨਾਂ ਨੂੰ ਸਮਝਾਇਆ। ਤਾਂ ਉਹ ਕੌਂਡਨਿਆ ਜਿਹੜੇ ਸੀਗੇ ਉਹ ਸੁਣਦੇ ਸੁਣਦੇ ਅਰਹੰਤ ਹੋ ਗਏ। ਜੀ ਉਹ ਸੁਣਦੇ ਸੁਣਦੇ ਅਰਹੰਤ ਹੋ ਗਏ। ਤਦੋਂ ਜਦੋਂ ਉਹਨਾਂ ਨੇ ਆਪਣਾ ਉਪਦੇਸ਼ ਖਤਮ ਕੀਤਾ, ਤਦੋਂ ਉਹਨਾਂ ਨੇ ਕਿਹਾ ਅੰਨਾ ਕੌਂਡਨਿਆ। ਜੀ ਅੰਨਾ ਕੌਂਡਨਿਆ ਮਤਲਬ ਉਹ ਅਰਹੰਤ ਕੌਂਡਨਿਆ, ਜਿਹੜਾ ਹੁਣ ਹੀ ਨੋਜ਼ ਕਿ ਵਟ ਆਈ ਐਮ ਟਾਕਿੰਗ ਅਬਾਊਟ, ਜੀ। ਹੀ ਨੋਜ਼ ਫਰੋਮ ਹਿਸ ਓਨ ਮਾਈਂਡ। ਜੀ ਤਦੋਂ ਜਦੋਂ ਉਹਨਾਂ ਨੇ ਉਪਦੇਸ਼ ਖਤਮ ਕੀਤਾ, ਹੁਣ ਇਹ ਦੇਖੋ ਉੱਥੇ 4 ਸਾਧੂ ਬੈਠੇ ਸੀਗੇ, ਜੀ ਲੇਕਿਨ ਇੱਕ ਕੌਂਡਨਿਆ ਹੀ ਇੱਦਾਂ ਦੇ ਉਹਨਾਂ ਦੇ ਵਿੱਚ ਸੀ ਜਿਨ੍ਹਾਂ ਨੇ ਅਟੇਨ ਇਨਲਾਈਟਨਮੈਂਟ, ਜਿਹੜੇ ਫੁੱਲੀ ਅੰਡਰਸਟੂਡ ਵਟ ਭਗਵਾਨ ਬੁੱਧ ਕਹਿੰਦੇ ਆ ਕਿ ਕੀ ਜੀ। ਸਮਝਾਉਣੇ ਦੀ ਕੋਸ਼ਿਸ਼ ਕਰ ਰਹੇ ਆ। ਹੁਣ ਅਗਰ ਅਸੀਂ ਪਾਲੀ ਭਾਸ਼ਾ ਦੀ ਗੱਲ ਕਰਦੇ ਹਾਂ, ਲੇਕਿਨ ਉਹਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਮੈਂ ਵੀ ਨਹੀਂ ਪਾਲੀ ਭਾਸ਼ਾ ਨੂੰ ਬਹੁਤ ਅੱਛੀ ਤਰ੍ਹਾਂ ਸਮਝਦੀ, ਜੀ ਠੀਕ ਹੈ, ਕਿਉਂਕਿ ਇਹ ਜ਼ਰੂਰੀ ਨਹੀਂ ਆ ਕਿ ਤੁਸੀਂ ਇੱਕ ਚੀਜ਼ ਨੂੰ ਸਮਝਣ ਲਈ ਉਹਦੀ ਬਹੁਤ ਡੀਟੇਲ ਦੇ ਵਿੱਚ ਜਾਣਾ ਆ। ਜੀ ਫੋਰ ਐਗਜ਼ਾਮਪਲ, ਅਗਰ ਤੁਸੀਂ ਆਪਣੇ ਆਪ ਨੂੰ ਤੰਦਰੁਸਤ ਕਰਨਾ ਚਾਹੁੰਦੇ ਆ, ਜੀ ਹੁਣ ਅਗਰ ਤੁਸੀਂ ਜਿਮ ਦੇ ਵਿੱਚ ਜਾਂਦੇ ਆ, ਜੀ ਜਿਮ ਦੇ ਵਿੱਚ ਜਾ ਕੇ ਤੁਹਾਨੂੰ ਇੰਸਟ੍ਰਕਟਰ ਮਿਲਦਾ ਆ, ਇੰਸਟ੍ਰਕਟਰ ਤੁਹਾਨੂੰ ਦੱਸਦਾ ਹੈ ਕਿ ਆ ਕਰੋ, ਜੀ ਤੁਸੀਂ ਯੂ ਵਿਲ ਬੀ ਫਿਟ। ਜੀ ਹੁਣ ਇਹ ਤੁਹਾਡੀ ਆਪਣੀ ਬੁੱਧੀ ਦੇ ਉੱਤੇ ਆ ਕਿ ਤੁਸੀਂ ਉਹਦੀ ਇੰਸਟ੍ਰਕਸ਼ਨ ਸੁਣਨੀ ਆ ਜਾਂ ਘਰੀ ਜਾ ਕੇ ਕਿਤਾਬਾਂ ਦੇ ਵਿੱਚ ਵੜ ਜਾਣਾ, ਜੀ ਹਨਾ। ਹੁਣ ਤੁਸੀਂ ਯੂ ਕੈਨ ਅਟੇਨ, ਤੁਸੀਂ ਫਿਟਨੈਸ ਉੱਥੇ ਵੀ ਅਟੇਨ ਕਰ ਸਕਦੇ ਆ। ਜੀ ਕੋਈ ਜ਼ਰੂਰੀ ਨਹੀਂ ਹੈ ਕਿ ਘਰੀ ਜਾ ਕੇ ਕਿ ਹਾਰਟ ਨੂੰ ਕਿੱਦਾਂ ਹੈਲਥੀ ਰੱਖਣਾ, ਉਹਦੀ ਹਰੇਕ ਡੀਟੇਲ ਦੇ ਵਿੱਚ ਅਸੀਂ ਪੜ੍ਹਨਾ ਆ ਕਿ ਕਿੱਦਾਂ ਮੇਰੇ ਹਰੇਕ ਫੰਕਸ਼ਨ ਬੋਡੀ ਦਾ ਕਿੱਦਾਂ ਤੰਦਰੁਸਤ ਰਹਿਣਾ, ਉਹਦੇ ਬਾਰੇ 'ਚ ਅਸੀਂ ਪੂਰੀ ਡਿਟੇਲ 'ਚ ਪੜ੍ਹਨਾ। ਉਹ ਕੋਈ ਜ਼ਰੂਰੀ ਨਹੀਂ ਹੈਗਾ, ਜੀ ਉਹ ਬਿਲਕੁਲ ਜ਼ਰੂਰੀ ਨਹੀਂ ਹੈਗਾ। ਐਜ਼ ਲੌਂਗ ਐਜ਼ ਯੂ ਹੈਵ ਟੇਕਨ ਦ ਇੰਸਟਰਕਸ਼ਨ ਫਰੋਮ ਦ ਜਿਹੜਾ ਜਿਮ ਦਾ ਇੰਸਟਰਕਚਰ ਹੈ, ਯੂ ਵਰਕ ਔਨ ਇਟ, ਯੂ ਵਿਲ ਬੀ ਫਿਟ। ਜੀ ਇਸੇ ਤਰ੍ਹਾਂ ਅੱਜ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਜਿਹੜੇ ਵਿਪਾਸਨਾ ਸੈਂਟਰ ਹੈਗੇ ਆ, ਉੱਥੇ ਬਹੁਤ ਹੀ ਗੁਣੀ ਜਿਹੜੇ ਟੀਚਰ ਹੈਗੇ ਆ, ਉਹ ਤੁਹਾਨੂੰ ਇੰਸਟਰਕਸ਼ਨ ਦੇ ਰਹੇ ਆ। ਜੀ all you have to do is go there and take those instruction. ਜੀ you don't need to, ਸਾਨੂੰ ਜ਼ਰੂਰਤ ਨਹੀਂ ਹੈ ਕਿ ਅਸੀਂ ਬਹੁਤ ਗਹਿਰਾਈ ਦੇ ਵਿੱਚ ਜਾ ਕੇ ਉਹਨਾਂ ਨੂੰ ਸਮਝਣਾ, ਕਿਉਂਕਿ ਇੱਕ ਅਗਰ ਭਗਵਾਨ ਬੁੱਧ ਨੇ ਕਿਆ ਕਿਹਾ ਹੈ ਕਿ ਤੁਹਾਡਾ ਮਾਈਂਡ ਜਿਹੜਾ ਆ, we are always in past and future, we are not in present. ਤੁਸੀਂ ਕਿਆ ਕਰਨਾ ਚਾਹੁੰਦੇ ਆ ਭਗਵਾਨ ਬੁੱਧ ਦੀ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਇੱਕ ਭਗਵਾਨ ਬੁੱਧ ਦੀ ਜਿਹੜੀ ਸਿੱਖਿਆ ਦਾ ਏਮ ਹੈ, ਰਿਫਲੈਕਟ ਔਨ ਯੋਰ ਮਾਈਂਡ। ਇਹਦੇ ਵਿੱਚ ਕਿਹੜੀ ਏਦਾਂ ਦੀ ਚੀਜ਼ ਆ ਜਿਹੜੀ ਸਾਨੂੰ ਬਹੁਤ ਗਹਿਰਾਈ ਨਾਲ ਸਮਝਣ ਦੀ ਜ਼ਰੂਰਤ ਆ। ਜੀ ਅੱਛਾ ਅੰਜਨਾ ਜੀ, ਮੈਂ ਉਹ ਵੀ ਆਪਣੇ ਲਫ਼ਜ਼ ਵਾਪਸ ਲੈਂਦਾ ਕਿ ਅੱਜ ਮੈਂ ਤੁਹਾਡੇ ਕੋਲੋਂ ਪੰਚਸ਼ੀਲ ਬਾਰੇ ਪੁੱਛਾਂ, ਕਿਉਂਕਿ ਟਾਈਮ ਜਿਹੜਾ ਆ ਉਹ ਇਜਾਜ਼ਤ ਨਹੀਂ ਦੇ ਰਿਹਾ। ਮੈਂ ਅਗਲੇ ਪ੍ਰੋਗਰਾਮ ਲਈ ਇਹ ਰੱਖ ਲੈਂਦਾ। ਮੈਨੂੰ ਤਾਂ ਅੱਜ ਪਤਾ ਲੱਗਾ ਕਿ ਇੰਨੀ ਡੀਪਲੀ ਤੁਸੀਂ ਐਕਸਪਲੇਨ ਕਰ ਸਕਦੇ ਆ। ਮੈਂ ਇਸ ਕਰਕੇ ਉਹ ਕੰਪਲੀਟ ਨਹੀਂ ਹੋਣੇ ਇਹ, ਕਿਉਂਕਿ ਮੈਨੂੰ ਪਤਾ ਤੁਹਾਡੀ ਐਕਸਪਲੇਨੇਸ਼ਨ ਜਿਹੜੀ ਬਹੁਤ ਡੀਪਲੀ ਆ। ਸੋ ਮੈਂ ਤੁਹਾਨੂੰ ਰੋਕਦਾ ਅਗਲੇ ਪ੍ਰੋਗਰਾਮ ਵਾਸਤੇ। ਸੁਮਨ ਸਾਹਿਬ ਤੁਹਾਡੀ ਵੱਲ ਆਉਣਾ, ਕਿਉਂਕਿ ਮਤਲਬ ਕੱਲ੍ਹ ਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 125ਵਾਂ ਜਨਮ ਉਤਸਵ ਹੈ। ਸਾਰੀ ਦੁਨੀਆ ਵਿੱਚ ਬੜੀ ਸ਼ਰਧਾ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਸਰਕਾਰੀ ਤੌਰ 'ਤੇ ਸਰਕਾਰ ਵੱਲੋਂ ਦੇਸ਼ਾਂ ਵਿਦੇਸ਼ਾਂ ਵਿੱਚ ਮਨਾਇਆ ਜਾ ਰਿਹਾ ਹੈ। ਇੱਥੋਂ ਤੱਕ ਕਿ UNO ਵਿੱਚ ਵੀ ਪਹਿਲੀ ਵਾਰ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਹਿੱਸਾ ਲੈਣ ਲਈ ਸਾਡੇ ਮੈਂਬਰ ਮਨੋਹਰ ਬਿਰਦੀ ਜੀ ਵੀ ਅਮਰੀਕਾ ਗਏ ਹਨ। ਕਮੇਟੀ ਵੱਲੋਂ ਅਤੇ ਇੰਡੀਅਨ ਹਾਈ ਕਮਿਸ਼ਨਰ ਵੱਲੋਂ ਵੀ ਪ੍ਰੋਗਰਾਮ ਮਨਾਏ ਜਾ ਰਹੇ ਆ। ਇਹਦੇ ਬਾਰੇ ਤੁਸੀਂ ਕੀ ਕਹੋਗੇ, ਕਿਉਂਕਿ ਸਾਡੇ ਕੋਲ 1 ਮਿੰਟ ਰਹਿੰਦਾ, 1 ਮਿੰਟ ਦੇ ਵਿੱਚ ਇਹਦੇ ਵਿੱਚ ਹੈ ਕਿ ਜਿੱਦਾਂ ਬਹੁਤ ਸੋਹਣਾ, ਮੈਂ ਥੈਂਕ ਯੂ ਅੰਜਨਾ ਦਾ ਕਰਦਾ ਕਿ ਅੰਡਰਸਟੂਡ ਹੋਣਾ। ਜੀ ਅੱਜ ਬਾਬਾ ਸਾਹਿਬ ਐਕਚੁਅਲੀ ਵਰਲਡ ਵਾਈਡ ਅੰਡਰਸਟੂਡ ਕਰ ਰਹੇ ਆ। ਜੀ ਜਿੱਥੇ ਕਿ ਮੈਂ ਕਿਹਾ ਕਿ ਵਿਸ਼ਵ ਰਤਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਕੋਟੀ ਕੋਟੀ ਪ੍ਰਣਾਮ। ਇਹ ਜਿਹੜਾ ਕੱਲ੍ਹ ਨੂੰ ਉਹਨਾਂ ਦਾ 125ਵੀਂ ਜਨਮ ਦੀ ਬਰਸੀ ਆ ਰਹੀ ਆ, ਉਹਦੇ 'ਤੇ ਮੈਂ ਸਾਰੇ ਜਗਤ ਨੂੰ 125ਵੇਂ ਜਨਮ ਦਿਨ 'ਤੇ ਲੱਖ ਲੱਖ ਵਧਾਈ ਦਿੰਦਾ, ਕਿਉਂਕਿ ਗੱਲ ਹੈ ਅੰਡਰਸਟੈਂਡ ਕਰਨ ਦੀ। ਜੀ ਅੱਜ ਮੈਂ ਇੱਥੇ ਇੱਕ ਜ਼ਰੂਰ ਐਗਜ਼ਾਮਪਲ ਦੇਵਾਂਗਾ ਕਿ ਦੁਨੀਆ ਨੇ ਅੰਡਰਸਟੈਂਡ ਕਰ ਲਿਆ, ਲੇਕਿਨ ਸਾਡੇ ਭਾਰਤ ਦੇ ਵਿੱਚ ਹਜੇ ਅੰਡਰਸਟੈਂਡ ਨਹੀਂ ਹੋਇਆ। ਲੇਕਿਨ ਦੇਰ ਆਈ ਦਰੁਸਤ ਆਈ, ਲੇਕਿਨ ਉਹਨਾਂ ਨੂੰ ਵੀ ਸਮਝ ਆ ਗਿਆ। ਅੱਜ ਯੂਨਾਈਟਿਡ ਨੇਸ਼ਨ ਦੇ ਵਿੱਚ ਜੋ ਇੱਕ ਵਰਲਡ ਨੌਲੇਜ ਡੇ ਦੇ ਨਾਂ 'ਤੇ ਉਹਨੂੰ ਮਨਾਇਆ ਜਾ ਰਿਹਾ ਹੈ ਹੀ ਨੌਲੇਜ। ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਜੋ ਮਿਸ਼ਨ ਹੈ ਇਹ ਨੌਲੇਜ, ਤਥਾਗਤ ਬੁੱਧ ਦਾ ਮਿਸ਼ਨ ਹੈ ਨੌਲੇਜ, ਹਾਊ ਟੂ ਗੈਟ ਰਿਡ ਆਫ ਯੂਰ ਸਫਰਿੰਗ। ਤੇ ਅੱਜ
ਇੱਕ ਜੋ ਕੱਲ੍ਹ ਨੂੰ ਆਪਾਂ ਜਨਮ ਦਿਨ ਮਨਾ ਰਹੇ ਹਾਂ ਹਾਈ ਕਮਿਸ਼ਨਰ ਦੇ, ਜੀ। ਤੇ ਇਹ ਗੱਲ ਹੈ ਕਿ ਅਸੀਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਸਮਝ ਲਿਆ। ਇੱਥੇ ਮੈਂ ਇੱਕ ਕਾਲ ਗਨਰ ਜੋ ਆਪਣੇ ਸਵੀਡਨ ਦਾ ਇੱਕ ਲੋਰਿਟ ਹੋਏ ਆ ਜੀ। ਇਕਨੋਮਿਕਸ ਦੇ ਵਿੱਚ 1979 ਦੇ ਵਿੱਚ, ਜੀ। ਉਹਨਾਂ ਨੇ ਕਿੰਨੀ ਸੋਹਣੀ ਗੱਲ ਕਹੀ ਆ ਕਿ ਉਹ ਅੱਜ ਸੱਚ ਆ ਰਹੀ ਆ। ਕਹਿੰਦੇ ਆ all over the world ਜੀ। memories of Dr. B.R. Ambedkar will live forever ਜੀ। as a greatest Indian in a generation, ਜੀ। which laid down the direction of independent India। ਤੇ ਇਹ ਜਿਹੜੀਆਂ ਯਾਦਾਂ ਆ ਨਾ ਆਉਣ ਵਾਲੀਆਂ ਜਨਰੇਸ਼ਨਾਂ ਦੇ ਵਿੱਚ ਹਮੇਸ਼ਾ ਰਹਿਣਗੀਆਂ। ਥੈਂਕ ਯੂ ਵੈਰੀ ਮੱਚ। ਅੱਜ ਜਿਸ ਤਰੀਕੇ ਦੇ ਨਾਲ ਮੈਂ ਪ੍ਰੋਗਰਾਮ ਕਰਨ ਲਈ ਉਲੀਕਿਆ ਸੀ, ਸਾਡੀ ਅੰਜਨਾ ਕੁਮਾਰੀ ਜੀ ਨੇ ਮੇਰਾ ਸਾਰਾ ਉਲਥ ਪੁਲਥ ਕਰ ਦਿੱਤਾ। ਉਲਥ ਪੁਲਥ ਨਹੀਂ ਕੀਤਾ, ਉਹਨੂੰ ਸਮਾਂ ਕੇ ਸਿੱਧੇ ਰਾਹ ਲੈ ਆਂਦਾ। ਉਹ ਇੱਦਾਂ ਆ ਵੀ ਜਿਹੜੇ ਦਰਸ਼ਕ ਆ ਇਹ ਮੈਨੂੰ ਖੁਦ ਆਪ ਦੱਸਣ ਕਿ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਅੰਜਨਾ ਜੀ ਨੇ ਜਿਹੜਾ ਇੰਨੇ ਸੋਹਣੇ ਤਰੀਕੇ ਦੇ ਨਾਲ ਪੇਸ਼ ਕੀਤਾ, ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ। ਟਾਈਮ ਖਤਮ ਹੋ ਗਿਆ। ਕੱਲ੍ਹ ਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 125ਵਾਂ ਜਨਮ ਦਿਨ ਹੈ। ਇਸ ਲਈ ਮੈਂ ਸਮੂਹ ਜਗਤ ਨੂੰ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਆਫ ਗ੍ਰੇਟ ਬ੍ਰਿਟਨ ਵੱਲੋਂ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ। ਮੇਰੀ ਵੱਲੋਂ ਨਮੋ ਬੁੱਧਾ, ਜੈ ਭੀਮ।